बहुत स्वागत है जी सारिਆਂ ਦਾ। मैं हाँ सुरिंदर डला। सुकांत त्रिवेदी जी मेरे नाल एक बार फिर मौजूद ने। त्रिवेदी ओवरसीज ਨੂੰ ਰਿਪਰੈਜ਼ੈਂਟ ਕਰਦੇ ਨੇ, ਏਰੀ ਦੇ ਮੈਂਬਰ ਨੇ, ਕੈਨੇਡਾ ਔਰ ਆਸਟ੍ਰੇਲੀਆ ਔਰ ਯੂਕੇ ਸਾਰੀਆਂ ਮੁੱਖ ਕੰਟਰੀਆਂ ਦੇ ਵਿੱਚ ਲਗਾਤਾਰ ਸਟੂਡੈਂਟਸ ਨੂੰ ਗਾਈਡ ਕਰਦੇ ਨੇ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਸੁਕਾਂਤ त्रिवेदी ਜੀ ਦੇ ਨਾਲ ਉਹਨਾਂ ਤੇ ਡਿਸਕਸ਼ਨ ਜ਼ਰੂਰ ਕੀਤੀ ਜਾਵੇ ਐਟਲੀਸਟ, ਤਾਂ ਕਿ ਸਟੂਡੈਂਟਸ ਨੂੰ ਹੌਲੀ ਹੌਲੀ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ, ਭਾਵੇਂ ਉਹ ਪਾਲਿਸੀ ਦੀਆਂ ਤਬਦੀਲੀਆਂ ਨੇ, ਭਾਵੇਂ ਉਹ ਪ੍ਰੈਜ਼ੈਂਟ ਟ੍ਰੈਂਡ ਦੀਆਂ ਤਬਦੀਲੀਆਂ ਨੇ ਕੈਨੇਡਾ ਔਰ ਆਸਟ੍ਰੇਲੀਆ ਨੂੰ ਲੈ ਕੇ, ਉਹ ਸਾਰੇ ਅਪਡੇਟਸ ਦੇ ਉੱਤੇ ਡਿਸਕਸ਼ਨ ਕਰੀਏ ਤਾਂ ਕਿ ਸਟੂਡੈਂਟਸ ਤੱਕ ਜਿਹੜੀ ਗੱਲ ਹੈ ਉਹ ਮੁਕੰਮਲ ਸਮੇਂ ਦੇ ਉੱਤੇ ਪਹੁੰਚਦੀ ਰਹੇ। ਔਰ ਅੱਜ ਫੇਰ ਸੁਕਾਨ ਜੀ ਸਾਡੇ ਨਾਲ ਮੌਜੂਦ ਨੇ, ਔਰ ਇੱਕ ਇੱਕ ਕਰਕੇ ਮੈਂ ਬਹੁਤ ਸਾਰੇ ਇੰਪੋਰਟੈਂਟ ਟੌਪਿਕਸ ਨੇ ਜਿਹੜੇ ਮੈਂ ਸੁਕਾਨ ਜੀ ਦੇ ਨਾਲ ਸ਼ੇਅਰ ਕਰਨੇ ਨੇ। ਇੱਕ ਤਾਂ ਮੈਂ ਸੁਕਾਨ ਜੀ ਦੇ ਨਾਲ ਇਹ ਗੱਲ ਅੱਗੇ ਤੋਰਨੀ ਹੈ ਕਿ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਅਪਡੇਟਸ ਤੋਂ ਬਾਅਦ ਹੁਣ ਨਵੀਂ ਐਡਮਿਸ਼ਨ ਵਾਲੇ ਸਟੂਡੈਂਟਸ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣ। ਔਰ ਮੈਨੂੰ ਕੈਨੇਡਾ ਤੋਂ ਅੱਜ ਕਈ ਫੋਨ ਆਏ त्रिवेदी ਸਾਹਿਬ ਦੇ ਨਾਲ ਇੱਕ ਸ਼ੋਅ ਜਿਹੜਾ ਅਸੀਂ ਰਿਲੀਜ਼ ਕੀਤਾ ਸੀ ਕਿ ਆਨਲਾਈਨ ਜਿਹੜੇ ਜਿਨ੍ਹਾਂ ਨੂੰ ਪੀਪੀਆਰ ਆ ਗਈ ਔਰ ਆਨਲਾਈਨ ਸਟੱਡੀ ਕਰ ਰਹੇ ਨੇ ਉਹ ਵੀ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਨੇ। ਕੀ ਕੈਨੇਡਾ 'ਚ ਏਆਈਪੀ ਤੋਂ ਬਾਅਦ ਪੀਪੀਆਰ ਆਉਣ ਤੋਂ ਬਾਅਦ ਜਿਹੜੇ ਹੁਣ ਸਟੂਡੈਂਟ ਪੜ੍ਹ ਰਹੇ ਨੇ ਆਨਲਾਈਨ, ਉਹਨਾਂ ਦਾ ਕੀ ਪ੍ਰੋਸੀਜਰ ਹੈ ਸਪਾਊਸ ਵੀਜ਼ਾ ਦਾ, ਇਹ ਗੱਲ ਪੁੱਛਾਂਗੇ। ਔਰ ਇਹਦੇ ਨਾਲ ਨਾਲ ਆਸਟ੍ਰੇਲੀਆ ਦੀ ਗੱਲ ਕਰਾਂਗੇ। ਆਸਟ੍ਰੇਲੀਆ 'ਚ ਬਹੁਤ ਤੇਜ਼ੀ ਦੇ ਨਾਲ ਵੀਜ਼ੇ ਆ ਰਹੇ ਨੇ, ਇਹਦਾ ਕਾਰਨ ਕੀ ਹੈ? ਪਤਾ ਲੱਗਿਆ ਕਿ 5 6 7 ਦਿਨਾਂ ਦੇ ਵਿੱਚ ਹੀ ਆਸਟ੍ਰੇਲੀਆ ਦਾ ਵੀਜ਼ਾ ਡਿਲੀਵਰ ਹੁੰਦਾ ਹੈ। ਔਰ ਡਿਪੈਂਡੈਂਟ ਵੀਜ਼ਾ ਔਰ ਸਪਾਊਸ ਵੀਜ਼ਾ ਵੀ ਆਸਟ੍ਰੇਲੀਆ ਤੋਂ ਆ ਰਹੇ ਨੇ, ਔਰ ਸੁਕਾਂਤ त्रिवेदी ਜੀ ਦੇ ਵੀ ਸਪਾਊਸ ਵੀਜ਼ਾ ਆਸਟ੍ਰੇਲੀਆ ਤੋਂ ਆਏ ਨੇ। ਸੋ ਆਸਟ੍ਰੇਲੀਆ ਨੂੰ ਲੈ ਕੇ ਵੀ त्रिवेदी ਸਾਹਿਬ ਦੇ ਨਾਲ ਗੱਲ ਕਰਾਂਗੇ। ਦੋਨਾਂ ਟੌਪਿਕਸ ਦੇ ਉੱਤੇ ਇਸ ਸ਼ੋਅ ਦੇ ਵਿੱਚ ਮੇਰਾ ਫੋਕਸ ਰਹੇਗਾ। त्रिवेदी ਸਾਹਿਬ ਬਹੁਤ ਬਹੁਤ ਸਵਾਗਤ ਹੈ। त्रिवेदी ਸਾਹਿਬ ਤੁਹਾਡਾ ਆਡੀਓ, ਤੁਹਾਡੀ ਇਸ ਵਕਤ ਮਾਈਕ ਬੰਦ ਹੈ। ਮੈਂ ਚਾਹੂੰਗਾ ਕਿ ਤੁਸੀਂ ਆਪਣੀ ਆਵਾਜ਼। ਸਤਿ ਸ਼੍ਰੀ ਅਕਾਲ ਡੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਔਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ। त्रिवेदी ਸਾਹਿਬ ਅਸੀਂ ਇੱਕ ਵੀਡੀਓ ਰਿਲੀਜ਼ ਕੀਤੀ ਸੀ, ਉਹਦੇ ਵਿੱਚ ਕਈ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਤੁਸੀਂ ਕੀਤੀਆਂ ਸੀ। ਸੋ ਮੈਂ ਇਹ ਚਾਹੂੰਗਾ ਕਿ ਇੱਕ ਵਾਰੀ ਉਹਦਾ ਰਿਵਿਊ ਜ਼ਰੂਰ ਕਰ ਦਿਓ। ਕੁਝ ਸਟੂਡੈਂਟਸ ਨੂੰ ਕਨਫਿਊਜ਼ਨ ਹੈ ਕਿ ਕੀ ਪੀਪੀਆਰ ਜਿਨ੍ਹਾਂ ਦਾ ਆ ਗਿਆ, ਜਿਹੜੇ ਆਨਲਾਈਨ ਕਲਾਸਿਸ ਲਾ ਰਹੇ ਨੇ, ਉਹ ਵੀ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਨੇ। ਮੈਂ ਚਾਹੂੰਗਾ ਕਿ 5-7 ਮਿੰਟ ਕੈਨੇਡਾ ਔਰ ਆਸਟ੍ਰੇਲੀਆ ਦੇ ਸਪਾਊਸ ਵੀਜ਼ੇ ਤੇ ਵੀ ਜ਼ਰੂਰ ਇੱਕ ਵਾਰੀ ਰੋਸ਼ਨੀ ਪਾ ਦਿਓ। ਸ਼ੋਰ ਜੀ। ਦੇਖੋ, ਤੁਹਾਡਾ ਵੀਜ਼ਾ ਸਟੈਂਪ ਹੋ ਗਿਆ, ਪੀਪੀਆਰ ਨਹੀਂ, ਵੀਜ਼ਾ ਸਟੈਂਪ ਹੋ ਗਿਆ ਜਦੋਂ, ਔਰ ਤੁਸੀਂ ਆਲਰੇਡੀ ਆਪਣੀ ਬਹੁਤ ਸਾਰੇ ਬੱਚਿਆਂ ਨੇ ਇੱਕ ਸਮੈਸਟਰ ਵੀ ਕੰਪਲੀਟ ਕਰ ਲਿਆ ਹੋਇਆ। ਸੋ ਉਹ ਲੋਕ, ਉਹਨਾਂ ਦੇ ਸਪਾਊਸ ਜਿਹੜੇ ਹੈਗੇ ਆ, ਆਪਣੀ ਫਰੈਸ਼ ਐਪਲੀਕੇਸ਼ਨ ਪਾ ਸਕਦੇ ਨੇ। ਦੇ ਡੋਂਟ ਹੈਵ ਟੂ ਵੇਟ ਵੀ ਇਹ ਹੁਣ ਕੈਨੇਡਾ ਟਰੈਵਲ ਕਰੇਗੀ ਫੇਰ ਹੀ ਪਾਣਾ, ਐਸੀ ਕੋਈ ਗੱਲ ਨਹੀਂ, ਇੱਥੇ ਬੈਠੇ ਵੀ ਪਾ ਸਕਦੇ ਨੇ, ਬਸ਼ਰਤੇ ਪੜ੍ਹਾਈ ਦਾ ਕੁਝ ਹਿੱਸਾ ਉਹਨਾਂ ਦਾ ਕੰਪਲੀਟ ਹੋ ਗਿਆ। ਐਂਡ ਜਿਹੜਾ ਪ੍ਰਿੰਸੀਪਲ ਐਪਲੀਕੈਂਟ, ਜਿਹੜਾ ਸਟੂਡੈਂਟ ਹੈਗਾ, ਉਹ ਫੁੱਲੀ ਐਨਰੋਲਡ ਹੈਗਾ ਕੋਰਸ ਦੇ ਵਿੱਚ, ਕਾਲਜ ਨਾਲ ਫੁੱਲੀ ਐਨਰੋਲਡ ਹੈਗਾ, ਉਹਨੇ ਆਪਣਾ ਸਮੈਸਟਰ ਡੈਫਰ ਨਹੀਂ ਕਰਾਇਆ ਹੈਗਾ। ਇਨ ਦੋਜ਼ ਸਰਕਮਸਟੈਂਸਸ ਯੈਸ, ਜਿਹੜਾ ਸਪਾਊਸ ਦਾ ਵੀਜ਼ਾ ਨਾਲ ਦੇ ਨਾਲ ਅਪਲਾਈ ਹੋ ਸਕਦਾ ਜੀ। ਦੂਸਰੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਜੀ। ਆਸਟ੍ਰੇਲੀਆ ਦੇ ਵਿੱਚ ਵੀ ਨਤੀਜੇ ਬਹੁਤ ਵਧੀਆ ਆ ਰਹੇ ਨੇ ਜੀ ਵੀਜ਼ਿਆਂ ਨੂੰ ਲੈ ਕੇ। ਸਪੈਸ਼ਲੀ ਜੇ ਮੈਂ ਗੱਲ ਕਰਾਂਗਾ ਸਪਾਊਸ ਵੀਜ਼ਿਆਂ ਦੀ, ਜਿਹੜੇ ਫਰੈਸ਼ ਆਪਾਂ ਲਗਾ ਰਹੇ ਹਾਂ ਐਪਲੀਕੇਸ਼ਨਸ, ਜਿਸ 'ਚ ਹਸਬੈਂਡ ਵਾਈਫ ਦਾ ਇਕੱਠੇ ਐਪਲੀਕੇਸ਼ਨ ਪੈ ਰਹੀ ਹੈ, ਸਟੂਡੈਂਟ ਔਰ ਡਿਪੈਂਡੈਂਟ ਦਾ ਨਾਲ ਪੈ ਰਿਹਾ, ਉਹਨਾਂ ਦੇ ਰਿਜ਼ਲਟ ਵੀ ਬੜੇ ਅੱਛੇ ਆ ਰਹੇ ਨੇ। ਪਲੱਸ ਜਿਹੜੇ ਸਟੂਡੈਂਟ ਆਲਰੇਡੀ ਆਸਟ੍ਰੇਲੀਆ 'ਚ ਬੈਠੇ ਨੇ, ਉਹਨਾਂ ਦੇ ਸਪਾਊਸ ਇੱਥੇ ਨੇ, ਉਹਨਾਂ ਦੇ ਵੀ ਰਿਜ਼ਲਟ ਜਿਹੜੇ ਕਿ ਅੱਗੇ 12-14 ਮਹੀਨੇ ਤੱਕ ਆਰਾਮ ਨਾਲ ਹੱਸ ਕੇ ਲੱਗ ਰਹੇ ਸੀ, ਜਿਸ ਪ੍ਰੋਸੈਸ ਨੂੰ 5-5 4-4 ਮਹੀਨਿਆਂ ਦੇ ਵਿੱਚ ਕੁਝ ਵੀਜ਼ਾਸ ਆਏ ਨੇ, ਜਿਹਨੂੰ ਦੇਖ ਕੇ ਲੱਗਦਾ ਹੈ ਵੀ +2 ਜਿਹਨੂੰ ਦੇਖ ਕੇ ਲੱਗਦਾ ਵੀ ਜਿਹੜੇ ਸਟੂਡੈਂਟ ਉੱਥੇ ਹੈਗੇ ਆ, ਉਹਨਾਂ ਦੇ ਸਪਾਊਸ ਦਾ ਵੀ ਵੀਜ਼ਾਸ ਫਾਸਟ ਹੋ ਗਏ ਨੇ। ਪਰ ਸਿਰਫ ਗੱਲ ਉਹੀ ਰਹਿ ਗਈ ਹੈ ਵੀ ਟਰੈਵਲ ਦਾ ਹਲੇ ਥੋੜੀ ਦੇਰ ਹੈਗੀ ਹੈ। ਸੋ ਵੀਜ਼ਾ ਹੱਥ 'ਚ ਆ ਜਾਂਦਾ, ਸਿਕਿਉਰਿਟੀ ਹੋ ਜਾਂਦੀ ਹੈ, ਬਿਕਾਜ਼ देयर आर नो ਕੰਡੀਸ਼ਨਸ ਅਟੈਚਡ ਟੂ ਦਾ ਵੀਜ਼ਾ। ਦੈਨ whenever travel opens you can travel। ਇੱਥੇ ਇੱਕ ਹੋਰ ਗੱਲ ਦੱਸਾਂਗਾ ਡੱਲਾ ਜੀ, ਕੱਲ ਔਰ ਪਰਸੋਂ ਦੇ ਵਿੱਚ ਮੇਰੇ ਕੁਝ ਸਟੂਡੈਂਟ ਕੈਨੇਡਾ ਪੁੱਜੇ ਨੇ, ਜਿਨ੍ਹਾਂ ਦੀ ਫਲਾਈਟ ਸੀਗੀਆਂ, ਐਂਡ ਵੈਰੀ ਹੈਪੀ ਟੂ ਸੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਉਹਨਾਂ ਨੂੰ ਉੱਥੇ, ਕਿਉਂਕਿ ਹਾਲੇ ਹੋਟਲ ਕੁਆਰੰਟੀਨ ਸ਼ੁਰੂ ਨਹੀਂ ਹੋਇਆ, 22 ਫਰਵਰੀ ਤੋਂ ਸ਼ੁਰੂ ਹੋ ਰਿਹਾ। ਵਨਸ ਦੈਟ ਸਟਾਰਟਸ, ਫਿਰ ਹੋਟਲ ਦਾ 3 ਦਿਨ ਦਾ ਕੁਆਰੰਟੀਨ ਕਰਨਾ ਪੈਣਾ। ਇਹਨਾਂ ਬੱਚਿਆਂ ਦਾ ਉੱਥੇ ਕਰੋਨਾ ਟੈਸਟ ਵੀ ਨਹੀਂ ਹੋਇਆ। ਦੇ ਜਸਟ ਆਈ ਕੈਨ ਐਪ ਜਿਹੜੀ ਹੈਗੀ ਹੈ, ਕੈਨ ਟਰੈਵਲ ਐਪ ਜਿਹੜੀ, ਉਹ ਡਾਊਨਲੋਡ ਕਰਵਾਈ ਉਹਨਾਂ ਨੇ। ਕੁਝ ਬੱਚੇ ਇੱਥੋਂ ਕਰਕੇ ਗਏ ਸੀਗੇ, ਐਂਡ ਦੇ ਡਾਇਰੈਕਟਡ them ਵੀ ਤੁਸੀਂ ਜਿਹੜਾ ਕੁਆਰੰਟੀਨ ਆਪਣਾ ਇੰਪੋਰਟੈਂਟ ਆਪਣਾ ਕੁਆਰੰਟੀਨ ਜਿਹੜਾ ਕਾਲਜ ਨੂੰ ਸਬਮਿਟ ਕੀਤਾ ਹੈਗਾ, ਉਹਦੇ ਉਸ ਐਡਰੈਸ ਤੇ ਚਲੇ ਜਾਓ। ਦੇ ਡਿਡਨਟ ਫੇਸ ਐਨੀ ਡਿਫਿਕਲਟੀਜ਼। ਇਸੇ ਤਰ੍ਹਾਂ ਯੂਕੇ ਦੀ ਇੱਕ ਨਵੀਂ ਅਪਡੇਟ ਹੈਗੀ ਹੈ ਜੀ। ਯੂਕੇ ਨੇ ਹੁਣ ਜਦੋਂ ਸਟੂਡੈਂਟ ਟਰੈਵਲ ਕਰੇਗਾ, ਉਸੇ ਵੇਲੇ ਉਹਦਾ ਅਰਾਈਵਲ ਦੇ ਉੱਪਰ ਯੂਕੇ 'ਚ ਜਾ ਕੇ ਕਰੋਨਾ ਟੈਸਟ ਕਰਨਾ।
ਉਹਦੇ $210 ਸਟੂਡੈਂਟ ਨੇ ਇੰਡੀਆ ਤੋਂ ਟਰੈਵਲ ਤੋਂ ਪਹਿਲਾਂ ਪੇ ਕਰਨੇ ਨੇ, ਆਨਲਾਈਨ ਉਹਦੇ ਲਿੰਕਸ ਹੈਗੇ ਨੇ, ਉਹਦੇ ਉੱਤੇ ਪੇ ਕਰਕੇ ਤਾਂ ਹੀ ਟਰੈਵਲ ਹੋਏਗਾ, ਤਾਂ ਹੀ ਤੁਹਾਨੂੰ ਉੱਥੇ ਇਮੀਗ੍ਰੇਸ਼ਨ ਕਲੀਅਰ ਹੋਏਗੀ। ਸੋ ਯੂਕੇ ਵੀ ਟੈਸਟਿੰਗ ਕਰੇਗਾ ਸਟੂਡੈਂਟ ਦੀ ਔਨ ਅਰਾਈਵਲ, ਔਰ ਉਹਦੇ ਪੈਸੇ ਇੰਡੀਆ ਤੋਂ ਪੇ ਹੋ ਕੇ ਜਾਣਗੇ ਜੀ। ਇਹ ਅੱਜ ਦੀ ਲੇਟੈਸਟ ਅਪਡੇਟ ਸੀਗੀ ਜੀ। ਬਿਲਕੁਲ ਜੀ, ਦੇਖੋ ਇਹ ਵੀ ਬਹੁਤ ਇੰਪੋਰਟੈਂਟ ਅਪਡੇਟ ਹੈ ਜਿਹੜੀ ਇਸ ਵਕਤ ਸਾਨੂੰ ਤ੍ਰਿਵੇਦੀ ਜੀ ਨੇ ਦਿੱਤੀ ਹੈ। ਸੋ ਇੱਕ ਤੋਂ ਬਾਅਦ ਇੱਕ ਲੇਟੈਸਟ ਅਪਡੇਟਸ ਪੱਪੂ ਅਰੋੜਾ ਜੀ ਦਾ ਮੈਸੇਜ ਆ ਰਿਹਾ ਜੀ, ਲਾਸਟ ਸ਼ੋਅ ਤੇ ਵੀ ਇਹਨਾਂ ਦਾ ਆਇਆ ਸੀਗਾ। ਸੋ ਪੱਪੂ ਕਾਈਂਡਲੀ ਯਾਰ ਆਪਣੇ ਜਿਹੜੇ ਸਬਜੈਕਟ ਤੁਸੀਂ 12ਵੀਂ ਦੇ ਪਾਸ ਕੀਤੇ ਆ ਉਹ ਇੱਕ ਮੈਸੇਜ ਵਿੱਚ ਲਿਖ ਦਿਓ, ਦੈਨ ਆਈ ਵਿਲ ਬੀ ਏਬਲ ਟੂ ਟੈਲ ਯੂ ਇਨ ਡਿਟੇਲ। ਜੀ ਸਰ। ਬਿਲਕੁਲ ਸਰ। ਸੋ ਕਈ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਅਸੀਂ ਲਗਾਤਾਰ ਇਸ ਸ਼ੋਅ ਦੇ ਵਿੱਚ ਡਿਸਕਸ ਕਰਦੇ ਹਾਂ। ਕਈ ਸਵਾਲ ਨੇ, ਸੋ ਸਟੂਡੈਂਟਸ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਉੱਪਰ ਵੀ ਜ਼ਰੂਰ ਤ੍ਰਿਵੇਦੀ ਸਾਹਿਬ ਟਾਈਮ ਟੂ ਟਾਈਮ ਰੋਸ਼ਨੀ ਪਾਉਂਦੇ ਨੇ, ਅਪਡੇਟ ਪਾਉਂਦੇ ਨੇ। ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਲਾਈਵ ਖਤਮ ਹੋਣ ਤੋਂ ਬਾਅਦ ਵੀ ਜਦੋਂ ਸਟੂਡੈਂਟ ਇਸ ਸ਼ੋਅ ਨੂੰ ਸੁਣਦੇ ਨੇ ਤੇ ਬਹੁਤ ਮੀਨਿੰਗਫੁਲ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਰੇ ਸਟੂਡੈਂਟਸ ਦੇ ਲਈ ਬਣੀ ਰਵੇ। ਤ੍ਰਿਵੇਦੀ ਸਾਹਿਬ, ਹੁਣ ਸਵਾਲ ਇਹ ਹੈ, ਸਟੂਡੈਂਟ ਤਾਂ ਜਾਣ ਲੱਗ ਗਏ, ਟਰੈਵਲ ਤੁਹਾਡੇ ਵੀ ਸਟੂਡੈਂਟ ਚਲੇ ਗਏ, 3 ਦਿਨ ਦਾ ਜਿਹੜਾ ਕੁਆਰੰਟਾਈਨ ਹੈ ਹੋਟਲ ਵਾਲਾ ਉਹ 22 ਤਰੀਕ ਤੋਂ ਸ਼ੁਰੂ ਹੋਊਗਾ ਜੀ। ਪਰ ਅਸੀਂ ਕੀ ਇਹ ਮੰਨੀਏ ਕਿ ਜਿੰਨੀ ਤੇਜ਼ੀ ਦੇ ਨਾਲ ਪੀਪੀਆਰ ਆ ਰਹੇ ਨੇ, ਜਿੰਨੀ ਤੇਜ਼ੀ ਦੇ ਨਾਲ ਸਟੂਡੈਂਟਸ ਹੁਣ ਜਾਣ ਦੀ ਤਿਆਰੀ ਕਰ ਰਹੇ ਨੇ, ਇਹ ਸਾਰੇ ਸਟੂਡੈਂਟ ਆਪਣੇ EIP ਵਾਲੇ ਹੁਣ ਟਰੈਵਲ ਕਰ ਜਾਣਗੇ? ਪੀਪੀਆਰ ਮਿਲਣ ਤੋਂ ਬਾਅਦ, ਵੀਜ਼ਾ ਅਪਰੂਵਲ ਮਿਲਣ ਤੋਂ ਬਾਅਦ ਫਿਰ ਕੋਈ ਰੁਕਾਵਟ ਤਾਂ ਨਹੀਂ ਆਊਗੀ? ਬਿਲਕੁਲ ਜੀ, ਕੋਈ ਐਸੀ ਦਿੱਕਤ ਜਦ ਇੱਕ ਵਾਰੀ ਪਾਸਪੋਰਟ ਸਟੈਂਪ ਹੋ ਕੇ ਆ ਗਿਆ, ਤੁਸੀਂ ਉਹਨਾਂ ਦੀ ਸ਼ਰਤਾਂ ਪੂਰੀਆਂ ਕਰ ਰਹੇ ਹੋ, ਤੁਸੀਂ ਹੋਟਲ ਬੁਕਿੰਗ ਕਰਾ ਲਈ ਹੈਗੀ ਹੈ, ਉਸ ਤੋਂ ਬਾਅਦ ਵਾਲਾ ਤੁਹਾਡਾ ਜਿਹੜਾ ਕੁਆਰੰਟੀਨ 11 ਦਿਨ ਦਾ ਹੋਰ ਹੈਗਾ ਉਹ ਵੀ ਬੁੱਕ ਹੋ ਗਿਆ ਹੈਗਾ, ਤੁਹਾਡਾ ਕਰੰਟ ਕੁਆਰੰਟੀਨ ਕਾਲਜ ਵੱਲੋਂ ਅਪਰੂਵ ਹੋ ਗਿਆ, ਤੁਹਾਡਾ ਕਾਲਜ ਜਿਹੜਾ DLI ਜਿਹੜੀ ਲਿਸਟ ਹੈਗੀ ਹੈ ਜਿਹਨਾਂ 'ਚ ਜਿਹੜੇ ਕੋਵਿਡ ਪਲਾਨ ਦੇ ਵਿੱਚ ਹੈਗੇ ਉਹਦੇ ਵਿੱਚ ਹੈਗਾ ਤੁਹਾਡਾ ਕਾਲਜ, ਤੇ ਨੋਬਡੀ ਕੈਨ ਸਟਾਪ ਯੂ। ਬਿਲਕੁਲ ਠੀਕ ਹੈ। ਹੁਣ ਨਵੇਂ ਸਟੂਡੈਂਟ ਕਿਹੜੀਆਂ ਗੱਲਾਂ ਦੀ ਸਾਵਧਾਨੀ ਰੱਖਣ, ਕਿਹੜਾ ਖਿਆਲ ਰੱਖਣ? ਕਿਉਂਕਿ ਮਈ ਔਰ ਨਵੇਂ ਸਟੂਡੈਂਟ ਨੂੰ ਦੇਖੋ ਜੀ, ਇੱਕ ਟਰੈਵਲ ਜਿਹੜਾ ਇੱਕ ਡਿਫਰੈਂਟ ਥਿੰਗ ਹੈਗਾ। ਵਟ ਆਈ ਵਿਲ ਸੇ, ਨਵੇਂ ਸਟੂਡੈਂਟ ਨੂੰ ਇਹ ਜ਼ਰੂਰ ਦੇਖਣਾ, ਆਇਲਟਸ ਦੇ ਉੱਤੇ, PT ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ, ਕੋਸ਼ਿਸ਼ ਕਰੋ 6 ਈਚ ਦੇ ਨਾਲ ਐਪਲੀਕੇਸ਼ਨ ਲਗਾਓ। 1.5 ਨਾਲ ਤੁਹਾਡੇ ਐਕੈਡੈਮਿਕ ਸਕੋਰ ਅੱਛਾ ਹੈਗਾ, ਗੋ ਹੈਡ, ਤੁਹਾਡੀ ਐਪਲੀਕੇਸ਼ਨ ਸਕਸੈਸਫੁਲ ਹੋਣ ਦੇ ਚਾਂਸਸ ਬਣਨਗੇ। ਜੇ ਐਕੈਡੈਮਿਕ ਵੀ ਕਮਜ਼ੋਰ ਨੇ, 1 ਚੋਂ 5.5 ਵੀ ਨੇ, ਦੈਨ ਥੋੜਾ ਜਿਹਾ ਮਿਹਨਤ ਦੁਬਾਰਾ ਲਗਾ ਕੇ 6 ਈਚ ਕਰੋ ਤੇ ਫਿਰ ਫਾਈਲ ਲਗਾਈਓ। ਸੈਕੰਡਲੀ, ਪੈਕੇजेस ਤੋਂ ਬਚਣਾ ਹੈਗਾ ਜੀ ਆਪਾਂ। ਪੈਕੇजेस ਹਮੇਸ਼ਾ ਮੈਂ ਦੱਸਦਾ ਤੁਹਾਨੂੰ ਫਸਾਣਗੇ। ਪਿੱਛੇ ਜਿਹੜਾ ਲਾਸਟ ਵੀਕ 10 ਡੇਜ਼ ਇੰਟਰਵਿਊਜ਼ ਦਾ ਰੌਲਾ ਪਿਆ, ਇੰਟਰਵਿਊਜ਼ ਇੰਨੀਆਂ ਜ਼ਿਆਦਾ ਨਹੀਂ ਹੋਈਆਂ ਐਮਬੈਸੀ ਵੱਲੋਂ, ਥੋੜੀਆਂ ਜਿਹੀਆਂ ਜ਼ਰੂਰ ਹੋਈਆਂ ਨੇ, ਉਹ ਵੀ ਸਿਰਫ ਪੈਕੇजेस ਨੂੰ ਨੱਥ ਪਾਉਣ ਦੇ ਲਈ ਜੀ। ਆ ਗੱਲ ਸਾਰੀ ਸਾਹਮਣੇ ਆਈ ਹੈ। ਪੱਪੂ ਅਰੋੜਾ ਦਾ ਸੀਗਾ ਜੀ, ਇਹਨਾਂ ਨੇ ਪੱਪੂ ਜੀ ਕਰ ਰਿਹਾ ਹੈਗਾ ਹਿਸਟਰੀ, ਇੰਗਲਿਸ਼, ਜਿਓਗ੍ਰਾਫੀ, ਮਿਊਜ਼ਿਕ, ਪੇਂਟਿੰਗ +1 ਚ। So Papu, these subjects are not sufficient to get you Australia admission or Australia visa. ਇਹਦੇ ਨਾਲ ਜੇ ਕਿਤੇ ਤੁਸੀਂ ਇਕਨੋਮਿਕਸ ਵਰਗਾ ਸਬਜੈਕਟ ਜਾਂ ਸਾਈਕੋਲੋਜੀ ਵਰਗਾ ਸਬਜੈਕਟ ਨਾਲ ਜੋੜ ਲੈਂਦੇ, ਜੇ ਹੁਣ ਵੀ ਚੇਂਜ ਹੋ ਸਕਦਾ ਤੇ ਕਰਾ ਲਓ, ਬਿਕਾਜ਼ ਇਹਦੇ ਨਾਲ ਇਟ ਵਿਲ ਬੀ ਵੈਰੀ ਡਿਫਿਕਲਟ ਟੂ ਗੈਟ ਯੂ ਇਨ ਟੂ ਆਸਟ੍ਰੇਲੀਆ। ਕੈਨੇਡਾ ਵਾਸਤੇ ਇਹਦੀ ਦਿੱਕਤ ਨਹੀਂ ਆਏਗੀ, 6 ਈਚ ਕਰ ਲੈਣੇ, ਕੈਨੇਡਾ ਵਾਸਤੇ ਇਹਨਾਂ ਸਬਜੈਕਟਸ ਦੀ ਪ੍ਰੋਬਲਮ ਨਹੀਂ ਆਏਗੀ। ਸੋ ਡੱਲਾ ਜੀ, ਜਿਹੜਾ ਕਾਲਸ ਵਾਲਾ ਸੀਗਾ ਸਿਲਸਿਲਾ ਪਿਛਲੇ ਹਫਤੇ 10 ਦਿਨ ਤੋਂ ਚੱਲ ਰਿਹਾ ਸੀ, ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਅਫਵਾਹ ਸੀਗੀ, ਉਹ ਕੁਝ ਫੇਕ ਕਾਲਸ ਵੀ ਸੀਗੀਆਂ ਜੋ ਪਤਾ ਲੱਗਿਆ ਹੈਗਾ। ਉਹਦੇ ਪਿੱਛੇ ਕੋਈ ਗਿਰੋਹ ਸੀਗਾ ਜਿਨ੍ਹਾਂ ਨੂੰ ਇਨਫੋਰਮੇਸ਼ਨ ਕਿਤੋਂ ਲੀਕ ਹੋਈ ਹੈ, ਜਾਂ ਉਹਨਾਂ ਨੇ ਕੋਈ ਵੈਬਸਾਈਟ ਹੈਕ ਕੀਤੀ, VFS ਦੀ ਕੀ ਕੀਤਾ, ਉਹ ਵੀ ਕੁਝ ਸੀਗਾ। ਸਾਰੀਆਂ ਕਾਲਸ ਅੰਬੈਸੀ ਵੱਲੋਂ ਨਹੀਂ ਸੀਗੀਆਂ। ਅੰਬੈਸੀ ਵੱਲੋਂ ਕੁਝ ਕਾਲ ਜ਼ਰੂਰ ਆਈਆਂ ਹੈਗੀਆਂ, ਬਟ ਅੰਬੈਸੀ ਨੂੰ ਜਦੋਂ ਵੀ ਕਾਲ ਕਿਸੇ ਨੂੰ ਵੀ ਆਉਂਦੀ ਹੈ, ਮੈਂ ਹਮੇਸ਼ਾ ਕਹਾਂਗਾ ਪਹਿਲਾਂ ਵੈਰੀਫਾਈ ਕਰੋ। ਵੈਰੀਫਾਈ ਕਰਨ ਦਾ ਕੀ ਤਰੀਕਾ ਹੈਗਾ? ਯੂ ਕੈਨ ਆਲਵੇਜ਼ ਟੈਲ them ਵੀ ਸਰ ਦਿਸ ਇਜ਼ ਨਾਟ ਦ ਰਾਈਟ ਟਾਈਮ, ਆਈ ਐਮ ਆਕਿਊਪਾਈਡ ਸਮਵੇਅਰ, ਪਲੀਜ਼ ਸੈਂਡ ਐਨ ਈਮੇਲ ਟੂ ਮੀ, ਈਮੇਲ ਤੇ ਮੈਨੂੰ ਕਨਫਰਮੇਸ਼ਨ ਦੇ ਦਿਓ, ਐਂਡ ਦੈਨ ਓਨਲੀ ਵੀ ਕੈਨ ਟੇਕ ਇਟ ਫਰਦਰ। ਜਾਂ ਆਪਣੀ ਜਿਹੜੀ ਇਨਫੋਰਮੇਸ਼ਨ ਹੈਗੀ, ਪਾਸਪੋਰਟ ਦੀ ਡਿਟੇਲ ਵਗੈਰਾ ਕਨਫਰਮ ਕਰ ਸਕਦੇ ਹੋ, ਬਿਕਾਜ਼ ਜੇ ਅੰਬੈਸੀ ਤੋਂ ਕਾਲ ਹੋਏਗੀ, ਉਹਨਾਂ ਕੋਲ ਤੁਹਾਡੀ ਆਫਰ ਲੈਟਰ ਦੀ ਕਾਪੀ, LOA ਦੀ ਕਾਪੀ, ਕਿੰਨੀ ਫੀਸ ਪੇ ਕੀਤੀ ਹੈ, GC ਅਕਾਊਂਟ ਦਾ ਨੰਬਰ, ਤੁਹਾਡਾ ਪਾਸਪੋਰਟ ਦੀ ਡਿਟੇਲਸ, ਤੁਹਾਡੀ ਬਾਕੀ ਚੀਜ਼ਾਂ ਉਹਨਾਂ ਕੋਲ ਡਿਟੇਲ ਹੋਣਗੀਆਂ। ਸੋ ਯੂ ਕੈਨ ਉਹਨਾਂ ਨਾਲ ਕਨਫਰਮ ਕਰਕੇ ਫਿਰ ਅੱਗੇ ਗੱਲ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਸੋ ਅਗਰ ਕਾਲ ਆਉਂਦੀ ਵੀ ਹੈ, ਚਾਹੇ ਅੰਬੈਸੀ ਤੋਂ ਵੀ ਹੈ, ਜ਼ਰੂਰੀ ਨਹੀਂ ਕਿ ਜਦੋਂ ਹੀ ਤੁਹਾਨੂੰ ਕਾਲ ਆਈ ਤੁਹਾਡੇ ਤੇ ਕੋਈ ਬੰਧਨ ਹੈ ਕਿ ਤੁਸੀਂ ਉਸੇ ਟਾਈਮ ਉਸ ਕਾਲ ਨੂੰ ਸੁਣ ਕੇ ਉਹਨਾਂ ਨੂੰ ਆਨਸਰ ਕਰਨਾ। ਬਿਲਕੁਲ ਜੀ। ਹੁਣ ਇੱਥੇ ਡੱਲਾ ਜੀ ਦੇਖੋ, ਜਿਹੜੀ ਵਿਚਾਰ ਵਾਲੀ ਗੱਲ ਹੈ ਨਾ, ਜਿਹੜੇ ਪੈਕੇਜ ਵਾਲੇ ਸਟੂਡੈਂਟ ਹੁੰਦੇ ਉਹ ਚ ਏਜੰਟ ਨੇ ਨੰਬਰ ਵੀ ਆਪਣਾ ਹੀ ਦਿੱਤਾ ਹੁੰਦਾ। ਸਟੂਡੈਂਟ ਦੇ ਕੋਲ ਤਾਂ ਵਿਚਾਰੇ ਕੋਲ ਨਾਲ GC ਕੀ ਦਾ ਲੌਗਇਨ ਹੁੰਦਾ, ਨਾ ਉਹਦੇ ਕੋਲ ਕਾਲ, ਉਹਦਾ ਫੋਨ ਨੰਬਰ ਉੱਥੇ ਦਾ ਕੋਈ ਮੈਸੇਜ ਨਹੀਂ ਆਇਆ ਹੁੰਦਾ, ਉਹ ਕੀ ਕਰੇਗਾ? ਸੋ ਹੌਲੀ ਹੌਲੀ ਹਰ ਚੀਜ਼ ਨੂੰ ਜਿਹੜੀ ਅੰਬੈਸੀ ਗਲਤ ਚੀਜ਼ਾਂ ਨੂੰ ਨੱਥ ਪਾ ਰਹੀ ਹੈਗੀ ਹੈ। ਦਿਸ ਇਜ਼ ਪਾਰਟ ਆਫ ਦੈਟ ਪ੍ਰੋਸੈਸ। ਵੀ
ਪੈਕੇजेस ਨੂੰ ਨੱਥ ਪੈਣੀ ਹੈਗੀ ਆਉਣ ਵਾਲੇ ਟਾਈਮ 'ਚ, ਉਹ 'ਚ ਨੁਕਸਾਨ ਸਟੂਡੈਂਟਸ ਦਾ ਹੀ ਹੋਣਾ ਜੀ। ਬਿਲਕੁਲ ਜੀ। ਸੋ ਪੈਕੇजेस ਨੂੰ ਲੈ ਕੇ ਕਾਫੀ ਜ਼ਿਆਦਾ ਇਸ ਵਕਤ ਸੁਚੇਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਪੈਕੇजेस ਕਿਤੇ ਨਾ ਕਿਤੇ ਜਿਹੜੇ ਨੇ ਉਹ ਨੁਕਸਾਨ ਦਾ ਸਬਬ ਬਣ ਸਕਦੇ ਨੇ। ਤ੍ਰਿਵੇਦੀ ਸਾਹਿਬ, ਉਸ ਦਿਨ ਮੈਂ ਗੱਲ ਕਰ ਨਹੀਂ ਸਕਿਆ, ਅਗਰ ਤੁਸੀਂ ਕੋਈ ਐਨਾਲਿਸਿਸ ਕੀਤਾ ਹੈ ਜਿਹੜੇ ਪਿੱਛੇ ਜੇ ਰਿਫਿਊਜ਼ਲ ਆਏ ਨੇ, ਕਿਉਂਕਿ ਰਿਫਿਊਜ਼ਲ ਕਾਫੀ ਆਏ ਨੇ, ਇਹ ਕੋਈ ਅੰਦਾਜ਼ਾ ਲੱਗ ਸਕਦਾ ਹੈ ਕਿ ਰਿਫਿਊਜ਼ਲ ਨਾਰਮਲ ਕੈਟਾਗਰੀ 'ਚ ਜ਼ਿਆਦਾ ਆਏ ਨੇ ਜਾਂ ਫੀਸ ਆਫਟਰ ਵੀਜ਼ਾ ਕੈਟਾਗਰੀ 'ਚ ਜ਼ਿਆਦਾ ਆਏ ਨੇ? ਕੈਟਾਗਰੀ ਇਨ ਦਾ ਸੈਂਸ ਜਿਹੜੇ ਲੋਕਾਂ ਦੇ ਫੀਸ ਆਫਟਰ ਵੀਜ਼ਾ 'ਚ ਅਪਲਾਈ ਹੋਏ। ਸੋ ਦੇਖੋ, ਰਿਫਿਊਜ਼ਲਸ ਜ਼ਿਆਦਾ ਜਿਹੜੇ ਆਏ ਹੈਗੇ ਜਿਨ੍ਹਾਂ ਦੇ 2 ਚੋਂ 5.5 ਸੀਗੇ, ਐਕੈਡੈਮਿਕਸ ਕਮਜ਼ੋਰ ਸੀਗੇ, ਔਰ ਜਿਹੜੇ ਫੀਸ ਆਫਟਰ ਵੀਜ਼ਾ ਵਾਲੇ ਨਾ, ਹੁਣ ਦੇਖੋ ਜੇ ਕੋਈ ਕਵੇ ਵੀ ਸੈਂਟੀਨੀਅਲ ਕਾਲਜ ਫੀਸ ਆਫਟਰ ਵੀਜ਼ਾ ਕਰ ਰਿਹਾ, ਮੰਨਣ ਵਾਲੀ ਗੱਲ ਨਹੀਂ ਹੈਗੀ ਹੈ। ਕੋਈ ਸ਼ੈਰਡਨ ਕਾਲਜ ਫੀਸ ਆਫਟਰ ਵੀਜ਼ਾ ਕਰ ਰਿਹਾ, ਇਟਸ ਨਾਟ ਐਕਸੈਪਟੇਬਲ। ਕੋਈ ਅੱਛੀ ਯੂਨੀਵਰਸਿਟੀ ਹੈ ਫੀਸ ਆਫਟਰ ਵੀਜ਼ਾ ਕਰ ਰਹੀ ਹੈ। ਫੀਸ ਆਫਟਰ ਵੀਜ਼ਾ ਕਿਹੜੇ ਹੋ ਰਹੇ ਜਿਹੜੇ ਛੁੱਟ-ਪੁੱਟ ਪ੍ਰਾਈਵੇਟ ਕਾਲਜਸ ਹੈਗੇ। ਸੋ ਅੰਬੈਸੀ ਆਲਸੋ ਨੋਜ਼ ਅਬਾਊਟ them, ਵੱਡੇ ਐਡ ਸਾਡੇ ਦੋਸਤ ਦੇ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ। ਸੋ ਅੰਬੈਸੀ ਆਲਸੋ ਨੋਜ਼ ਅਬਾਊਟ them। ਉਹਨਾਂ ਕਾਲਜਸ ਦਾ ਵੀਜ਼ਾ ਸਕਸੈਸ ਰੇਟ ਡਾਊਨ ਆਣਾ ਹੀ ਆਣਾ ਜੀ। ਬਿਲਕੁਲ ਠੀਕ ਹੈ। ਸੋ ਉਹਨਾਂ ਕਾਲਜਸ ਦਾ ਸਕਸੈਸ ਰੇਟ ਡਾਊਨ ਆਣਾ ਹੀ ਆਣਾ ਹੈ। ਸੋ ਰਿਫਿਊਜ਼ਲ ਨੇ ਜਿਹੜੇ, ਆਬਵੀਅਸਲੀ ਜਦੋਂ ਸਕਸੈਸ ਰੇਟ ਕਾਲਜਸ ਦਾ ਘਟੂਗਾ, ਇਟ ਮੀਨਸ ਕਿ ਰਿਫਿਊਜ਼ਲ ਜ਼ਿਆਦਾ ਆਉਣਗੇ। ਸੋ ਅਗਰ ਚੈਲੰਜ ਵਾਲੀ ਸਥਿਤੀ ਕਿੰਨੀ ਜ਼ਿਆਦਾ ਹੈ, ਅਗਰ ਕੋਈ ਫੀਸ ਆਫਟਰ ਵੀਜ਼ਾ ਸੀ, ਅਗਰ ਉਹ ਰੀਅਪਲਾਈ ਕਰਨਾ ਚਾਹੁੰਦਾ ਹੈ, ਉਹਦੇ ਲਈ ਕਿੱਡਾ ਵੱਡਾ ਚੈਲੰਜ ਹੈ ਹੁਣੇ, ਕਿਉਂਕਿ ਉਹਨੂੰ ਪਤਾ ਨਹੀਂ। ਪਹਿਲਾਂ ਤੇ ਡੱਲਾ ਜੀ, ਆਈ'll always recommend ਵੀ ਆਪਾਂ ਪਹਿਲਾਂ ਕੇਪ ਨੋਟਸ ਕਢਾਵਾਂਗੇ ਉਹਦੇ, ਤਾਂ ਕਿ ਐਕਚੁਅਲ ਸਿਨੈਰੀਓ ਪਤਾ ਲੱਗੇਗਾ ਵੀ ਫਾਈਲ ਦੇ ਵਿੱਚ ਕੀ ਲੱਗਿਆ ਹੋਇਆ, ਕੀ ਨਹੀਂ ਲੱਗਿਆ ਹੋਇਆ। ਇੱਕ ਤੁਹਾਨੂੰ ਦੱਸਦਾ ਇੰਸੀਡੈਂਟ, ਪਰਸੋਂ ਮੇਰੇ ਕੋਲ ਇੱਕ ਕਪਲ ਆਇਆ ਸੀਗਾ, ਦੇ ਕੇਮ ਡਾਊਨ ਫਰੋਮ ਸੰਗਰੂਰ ਵਾਲੀ ਸਾਈਡ ਤੋਂ ਆਏ ਸੀਗੇ। ਉਹਨਾਂ ਦਾ ਸਾਲ ਕੁ ਪਹਿਲਾਂ ਕੋਈ ਰਿਫਿਊਜ਼ਲ ਸੀਗਾ, ਐਂਡ ਦੇ ਹੈਡ ਨੋ ਕਲੂ ਵੀ ਕੀ ਹੋਇਆ, ਕਿਸ ਤਰ੍ਹਾਂ ਹੋਇਆ। ਅਲਟੀਮੇਟਲੀ ਉਹ ਸਾਰੀ ਜਦੋਂ ਮੈਂ ਨਿਕਾਲਿਆ, ਕੇਪ ਨੋਟਸ ਨਿਕਾਲੇ, ਸਭ ਕੁਝ ਪੜ੍ਹਿਆ, ਉਸ ਚੋਂ ਉਹਨਾਂ ਦਾ ਰਿਫਿਊਜ਼ਲ ਆਇਆ ਸੀ। ਉਹਨਾਂ ਦੀ ਆਫਰ ਲੈਟਰ ਸੀਗੀ ਮੋਹਾਕ ਕਾਲਜ ਦੀ 6.5 ਈਚ ਦੀ ਰਿਕੁਆਇਰਮੈਂਟ ਸੀਗੀ ਮੋਹਾਕ ਦੀ। ਓਵਰਆਲ 6.5 ਬੈਂਡ ਸੀ, ਇੱਕ ਚੋਂ 5.5 ਲੈਂਦਾ ਸੀ ਮੋਹਾਕ ਉਦੋਂ। ਉਹ ਕੰਡੀਸ਼ਨ ਉਹਨਾਂ ਦੀ ਐਲਓਏ ਵਿੱਚ ਵੀ ਲਿਖੀ ਹੋਈ ਹੈ। ਉਹਨਾਂ ਦੇ ਏਜੰਟ ਨੇ ਉਸ ਤੇ ਐਲਓਏ ਨਾਲ ਉਹਨਾਂ ਦੀ ਫਾਈਲ ਲਗਾਤੀ। ਉਹਨਾਂ ਦੇ 6 ਈਚ ਸੀਗੇ, 6.5 ਨਹੀਂ ਸੀਗੇ। ਸੋ ਅੰਬੈਸੀ ਨੇ ਉਹਦਾ ਕੇਸ ਰਿਫਿਊਜ਼ ਕੀਤਾ ਵੀ ਤੁਸੀਂ ਐਡਮਿਸ਼ਨ ਦੀ ਕੰਡੀਸ਼ਨ ਹੀ ਨਹੀਂ ਮੀਟ ਕਰ ਰਹੇ ਹੋ, ਅਪਲਾਈ ਕਰਨਾ ਹੀ ਨਹੀਂ ਸੀ ਚਾਹੀਦਾ, ਸੋ ਇਸ ਕਰਕੇ ਅਸੀਂ ਰਿਫਿਊਜ਼ ਕਰ ਰਹੇ ਹਾਂ। ਸੋ ਇਹੀ ਹਾਲ ਹੈ ਜੀ, ਜਦੋਂ ਇੱਕ ਹੁਣ ਪ੍ਰੋਪਰਟੀ ਡੀਲਰ ਵੀ ਓਵਰਸੀਜ਼ ਐਜੂਕੇਸ਼ਨ ਏਜੰਟ ਬਣ ਜਾਣਗੇ ਨਾ, ਇਹੀ ਕੰਮ ਹੋਣਾ ਡੱਲਾ ਜੀ। ਇਨਕੰਪੀਟੈਂਟ ਪੀਪਲ ਆਰ ਹੈਂਡਲਿੰਗ careers of these innocent people, so this is bound to happen। ਔਰ ਉਹ 'ਚ ਕਿਤੇ ਨਾ ਕਿਤੇ ਗਲਤੀ ਜਿਹੜੀ ਹੈਗੀ ਹੈ ਸਾਡੇ ਸਟੂਡੈਂਟਸ ਦੀ ਵੀ ਹੈਗੀ ਹੈ, ਵੀ ਉਹ ਫਾਈਨਾਂਸਰਾਂ ਨੂੰ, ਫੈਕਟਰੀ ਵਾਲਿਆਂ ਨੂੰ, ਜਿਹੜੇ ਲੱਗਦਾ ਵੀ ਨਹੀਂ ਯਾਰ ਆਹ ਤਾਂ ਬਿਜ਼ਨਸ ਹੀ ਬੜਾ ਵਧੀਆ ਹੈਗਾ। ਬਟ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ, ਯੈਸ ਇਹ ਬਿਜ਼ਨਸ ਬਹੁਤ ਵਧੀਆ ਹੈਗਾ। ਵਧੀਆ ਇਸ ਤਰ੍ਹਾਂ ਵੀ ਹੈਲਪ ਸ਼ੇਪ ਫਿਊਚਰਸ, ਵੀ ਹੈਲਪ ਸ਼ੇਪ ਕਰੀਅਰਸ। ਜ਼ਿੰਦਗੀਆਂ ਬਣਾਉਂਦੇ ਆ, ਲੋਕਾਂ ਦੀ ਜ਼ਿੰਦਗੀ ਬਣਾਉਂਦੇ ਆ, ਕਰੀਅਰ ਬਣਾਉਂਦੇ ਆ। ਯੈਸ ਇਟ ਇਜ਼ ਵੈਰੀ ਗੁੱਡ ਬਿਜ਼ਨਸ, ਬਟ if you treat it like business, ਜੇ ਆਪਾਂ ਰਾਤੋਂ ਰਾਤ ਭੱਜਣ ਵਾਲੇ ਹੈਗੇ ਨਾ ਵੀ ਪੈਸਾ ਇਕੱਠਾ ਕਰੋ ਜਿੰਨਾ ਵੱਧ ਤੋਂ ਵੱਧ ਹੋ ਸਕਦਾ, ਫਿਰ ਇਹ ਬਿਜ਼ਨਸ ਨਹੀਂ ਹੈ, ਫਿਰ ਉਹ ਲੁੱਟ ਹੈ। ਔਰ ਉਸ ਲੁੱਟ ਦੇ ਜ਼ਿੰਮੇਵਾਰ ਦੋਨੋਂ ਪਾਰਟੀਆਂ ਹੈਗੀਆਂ, ਜਿਹੜੀਆਂ ਲਾਲਚ ਵਿੱਚ ਆਉਂਦੀਆਂ ਔਰ ਜਿਹੜਾ ਲਾਲਚ ਦਿੰਦੀਆਂ, ਦੋਨੇ ਬਰਾਬਰ ਦੀਆਂ ਜ਼ਿੰਮੇਵਾਰ ਹੈ ਜੀ। ਬਿਲਕੁਲ ਠੀਕ ਹੈ। ਸੋ ਅੱਜ ਕੱਲ ਤਾਂ ਜਿਹੜੀਆਂ ਸਥਿਤੀਆਂ ਨੇ ਤ੍ਰਿਵੇਦੀ ਸਾਹਿਬ, ਮੈਂ ਇਹ ਦੇਖਦਾ ਕਿ ਬਹੁਤ ਸਾਰੇ ਸਟੂਡੈਂਟ ਇੱਕ ਦਿਨ ਦਾ ਹਿਸਾਬ ਵੀ ਲੈਣ ਦੀ ਕੋਸ਼ਿਸ਼ ਕਰਦੇ ਨੇ ਵੀ ਅੱਜ ਕਿਸੇ ਦੀ ਪੀਪੀਆਰ ਆਈ। ਬਹੁਤ ਸਾਰੇ ਸਟੂਡੈਂਟ ਅਜਿਹੇ ਸਵਾਲ ਕਰਦੇ ਨੇ ਵੀ ਅੱਜ ਕਿਸੇ ਦੀ ਪੀਪੀਆਰ ਆਈ, ਇਹਦੇ ਪਿੱਛੇ ਕਾਰਨ ਕੀ ਹੈ? ਕੀ ਪੈਂਡੈਂਸੀ ਕੈਨੇਡਾ 'ਚ ਬਹੁਤ ਜ਼ਿਆਦਾ ਹੈ ਜਾਂ ਬਹੁਤ ਸਲੋ ਰਿਜ਼ਲਟ ਆ ਰਹੇ ਨੇ ਹਜੇ? ਦੇਖੋ, ਕੈਨੇਡਾ ਨੇ ਨਾ ਪਿੱਛੇ ਕਿਹਾ ਸੀਗਾ ਵੀ ਅਸੀਂ ਹੁਣ ਚੱਲਾਂਗੇ ਵੀ ਜਿਸ ਹਿਸਾਬ ਨਾਲ ਐਪਲੀਕੇਸ਼ਨਸ ਲੱਗ ਰਹੀਆਂ ਉਸ ਤੇ ਕ੍ਰੋਨੋਲੋਜੀਕਲ ਆਰਡਰ ਵਿੱਚ ਚੱਲਾਂਗੇ, ਬਟ ਦੈਨ ਦੈਟਸ ਨਾਟ ਹੈਪਨਿੰਗ। बाद वाली एप्लीकेशंस पहला डिसाइड हो रही हैं। कर्तव्य चौधरी का एक मैसेज आ रहा है, 9 महीने से वेट कर रहा हूँ रिजल्ट की, सितंबर से ऑनलाइन क्लासेस लगा रहा हूँ, अब फाइल को विड्रॉ करने की सोच रहा हूँ। देखो ना किस तरह फ्रस्ट्रेशन क्रीप इन हो रही है। वो बेचारा 9 महीने तो फाइल लगाई, एक सेमेस्टर उन्हें पढ़ लिया हुआ है, ही डजंट हैव रिजल्ट, ही डजंट हैव क्लैरिटी भी वीजा लगना है, कदों जाना हैगा। सो आ चीज़ां जड़ियां ना जी, वैसे ही इस वेले स्ट्रेस लैवल्स इन्ने वधे हुए हैं हर एक दे परिवारां दे विच भी सब, क्योंकि कारोबारां तो बहुत फर्क पिया होया, ਬੰਦੇ ਕਿਤੇ ਆਣ ਜਾਣ ਤੋਂ ਰੁਕੇ ਹੋਏ ਨੇ। ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਥੀਸ ਆਰ ਪਲੇਇੰਗ ਔਨ ਮਾਈਂਡਸ ਆਫ ਦ ਪੀਪਲ। ਇੱਕ ਮੈਸੇਜ ਤੁਸੀਂ ਆਪ ਪੜ੍ਹ ਸਕਦੇ ਹੋ, ਕਿੰਨੀ ਜ਼ਿਆਦਾ ਡੈਸਪਰੇਸ਼ਨ ਉਹਦੇ ਦਿਖ ਰਹੀ ਹੈ। ਪੱਪੂ ਅਰੋੜਾ ਜੀ, ਤੁਹਾਡਾ ਠੀਕ ਹੈ, ਜੇ ਹਿਸਟਰੀ ਬਦਲ ਕੇ ਇਕਨੋਮਿਕਸ ਲੈ ਲੈਣੇ, ਦੈਟ ਸ਼ੁੱਡ ਬੀ ਫਾਈਨ, ਉਹਦੇ ਨਾਲ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੀ। ਸਰ ਚਲਿਏ ਅੱਗੇ ਡੱਲਾ ਜੀ। ਬਿਲਕੁਲ ਠੀਕ ਹੈ ਤੁਹਾਡੀ ਗੱਲ ਜੀ। ਸੋ ਹੁਣ ਫੀਸ ਆਫਟਰ ਵੀਜ਼ਾ ਵਾਲੇ ਜਿਹੜੇ ਰਿਫਿਊਜ਼ ਹੋਏ ਨੇ ਤ੍ਰਿਵੇਦੀ ਸਾਹਿਬ, ਉਹ ਕੀ ਕਰਨ? ਮੈਂ ਚਾਹੁੰਦਾ ਕਿ ਉਹਨਾਂ ਲਈ ਐਡਵਾਈਸ ਦਿਓ ਜਿਨ੍ਹਾਂ ਦਾ ਰਿਫਿਊਜ਼ ਹੋਇਆ ਤੇ ਫੀਸ ਆਫਟਰ ਵੀਜ਼ਾ। ਲਾਲਚ ਆਪਣੇ ਦਿਮਾਗ 'ਚ ਕੱਢੋ ਵੀ ਕਿਸੇ ਨੇ ਤੁਹਾਡੇ ਉੱਤੇ ਪੈਸੇ ਲਾਣੇ, ਕਿਸੇ ਨੇ ਨਹੀਂ ਲਾਣੇ। ਜੇ ਕਿਸੇ ਨੇ ਲਾਣੇ ਤੇ ਦੁੱਗਣੇ ਵਾਪਸ ਵੀ ਲੈਣੇ ਨੇ, ਠੀਕ ਹੈ ਜੀ। ਪ੍ਰੋਪਰ ਤਰੀਕੇ ਨਾਲ ਚੱਲੋ,
ਕੋਸ਼ਿਸ਼ ਕਰੋ ਕਾਲਜ ਉਸੇ ਚ ਜਾਓ ਜਿੱਥੇ ਬਾਅਦ ਚ ਤੁਹਾਨੂੰ ਵਰਕ ਪਰਮਿਟ ਮਿਲਦਾ ਹੋਵੇ, ਜਿਹੜਾ ਕਾਲਜ ਅਪਰੂਵਡ ਹੋਵੇ ਵਰਕ ਪਰਮਿਟ ਦੇ ਵਾਸਤੇ। ਅਦਰਵਾਈਜ਼ ਪੀਆਰ ਨਹੀਂ ਹੋਣੀ ਹੈ, ਉੱਥੇ ਜਾ ਕੇ ਫਿਰ ਦੂਸਰੇ ਕਾਲਜ ਵੀ ਦਾਖਲਾ ਲੈਣਾ ਪੈਣਾ। ਤੀਸਰੀ ਗੱਲ, ਪ੍ਰੋਪਰ ਤਰੀਕੇ ਨਾਲ ਕੋਸ਼ਿਸ਼ ਕਰੋ 6 ਈਚ ਦੇ ਨਾਲ ਆਪਣੀ ਫਾਈਲ ਲਗਾਓ। 1 ਚੋਂ 5.5 ਹੈ ਤੇ ਆਪਣੇ ਐਕੈਡੈਮਿਕਸ ਜ਼ਰੂਰ ਦੇਖ ਲਓ, ਐਕੈਡੈਮਿਕ ਸਟਰੋਂਗ ਨੇ ਤੇ 1 ਚੋਂ 5.5 ਨਾਲ ਵੀ ਅਪਲਾਈ ਕਰ ਸਕਦੇ ਹੋ। ਜੇ ਐਕੈਡੈਮਿਕਸ ਵੀ ਵੀਕ ਨੇ ਫਿਰ 6 ਈਚ ਦੇ ਉੱਤੇ ਕੋਈ ਕੰਪਰੋਮਾਈਜ਼ ਨਾ ਕਰੋ। 2 ਚੋਂ 5.5 ਨੇ ਕੋਈ ਫਾਇਦਾ ਨਹੀਂ ਹੈਗਾ ਜੀ ਲਗਾਉਣ ਦਾ, ਫਾਈਲ ਵੀਜ਼ਾ ਨਹੀਂ ਲੱਗਣਾ ਹੈਗਾ, ਚਾਹੇ ਫੀਸ ਆਫਟਰ ਵੀਜ਼ਾ ਜਾਂ ਕੁਝ ਵੀ ਹੈ, ਉਹ ਤੇ ਕੋਈ ਫਾਇਦਾ ਹੀ ਨਹੀਂ ਹੈਗਾ। ਕਈ ਵਾਰ ਨਾ ਡੱਲਾ ਜੀ ਲੋਕੀ ਜਿਸ ਤਰ੍ਹਾਂ ਮੇਰੇ ਕੋਲ 5.5 2 ਵਾਲਾ ਪ੍ਰੋਫਾਈਲ ਆਂਦਾ, ਮੈਂ ਉਹਨੂੰ ਮਨਾ ਕਰ ਦਿੰਦਾ, ਵੀ ਡੋਂਟ ਐਕਸੈਪਟ, ਵੀ ਤੁਹਾਡੇ 2 ਚੋਂ 5.5 ਹੈ, ਵੀਜ਼ਾ ਲੱਗਣ ਦਾ ਚਾਂਸ ਕੋਈ ਨਹੀਂ ਹੈਗਾ, ਯੂ ਵਿਲ ਜਸਟ ਵੇਸਟ ਯੋਰ ਮਨੀ। ਉਹ ਦੂਸਰੇ ਪਾਸੇ ਇੱਕ ਐਡ ਆਇਆ ਹੁੰਦਾ ਵੀ ਕੋਈ ਗੱਲ ਨਹੀਂ 2 ਚੋਂ 5.5 ਹੈ, ਫੀਸ ਆਫਟਰ ਵੀਜ਼ਾ। ਉਹ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਕੋਲ ਪੈਸੇ ਵੀ ਕਢਵਾ ਲੈਂਦੇ ਆ ਫੰਡ ਸ਼ੋ ਕਰਨ ਦੇ ਨਾਮ ਤੇ, ਕਿਉਂਕਿ ਐਪਲੀਕੇਸ਼ਨ ਨਾਨ ਐਸਡੀਐਸ ਲੱਗਣੀ। ਜਦੋਂ ਵੀ ਤੁਹਾਡੇ 1 ਚੋਂ ਵੀ 5.5 ਹੈ, ਐਪਲੀਕੇਸ਼ਨ ਨਾਨ ਐਸਡੀਐਸ ਲੱਗਣੀ ਹੈ ਜੀ। ਔਰ ਨਾਨ ਐਸਡੀਐਸ ਐਪਲੀਕੇਸ਼ਨ ਦੇ ਵਿੱਚ ਫੰਡਸ ਵੀ ਸ਼ੋ ਕਰਨੇ ਪੈਂਦੇ ਨੇ। ਉਸ ਬੰਦੇ ਨੇ ਤੁਹਾਡੇ ਕੋਲ ਫੰਡਸ ਦੇ ਨਾਮ ਤੇ ਪੈਸੇ ਵੀ ਲੈ ਲੈਣੇ ਨੇ, ਤੁਹਾਡਾ ਲੱਖ ਸਵਾ ਲੱਖ ਰੁਪਇਆ ਲੱਗ ਗਿਆ, ਐਪਲੀਕੇਸ਼ਨ ਰਿਫਿਊਜ਼ ਹੋ ਜਾਣੀ ਹੈ ਔਰ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਰਿਫਿਊਜ਼ ਕਿਉਂ ਹੋ ਗਈ। ਦੁਬਾਰਾ ਅਪਲਾਈ ਕਰਨ ਜੋਗੇ ਵੀ ਸ਼ਾਇਦ ਨਾ ਰਹੋ, ਕਿਉਂਕਿ ਪਤਾ ਹੀ ਨਹੀਂ ਐਪਲੀਕੇਸ਼ਨ ਦੇ ਅੰਦਰ ਕੀ ਲੱਗਿਆ ਹੋਇਆ, ਫੰਡਸ ਅਸਲੀ ਲੱਗੇ ਨੇ, ਨਕਲੀ ਲੱਗੇ ਨੇ, ਤੁਹਾਡਾ ਆਇਲਟਸ ਕੀ ਲੱਗਿਆ, ਤੁਹਾਡੇ ਐਕੈਡੈਮਿਕਸ ਕੀ ਲੱਗੇ ਨੇ, ਤੁਹਾਡਾ ਐਕਸਪੀਰੀਅੰਸ ਕੀ ਲੱਗਿਆ, ਯੂ ਹੈਵ ਨੋ ਆਈਡੀਆ ਔਨ ਦੈਟ। ਸੋ ਹੋ ਸਕਦਾ ਬੈਨ ਲੱਗ ਜਾਵੇ, ਹੋ ਸਕਦਾ ਅਗਲੀ ਵਾਰੀ ਅਪਲਾਈ ਕਰਨ ਜੋਗੇ ਹੀ ਨਾ ਰਹੋ। तो जे किसी का रिफ्यूजल आ गया, फर्स्ट थंब रूल इज केप नोट्स निकलवाओ। केप नोट्स ਤੁਹਾਨੂੰ ਸੱਚੀ ਸਟੋਰੀ ਦੱਸਣਗੇ ਵੀ ਤੁਹਾਡੀ ਫਾਈਲ 'ਚ ਕੀ ਲੱਗਿਆ ਸੀਗਾ ਔਰ ਕਿਸ ਵਜ੍ਹਾ ਨਾਲ ਵੀਜ਼ਾ ਆਫਿਸਰ ਨੇ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜੀ। ਬਿਲਕੁਲ ਠੀਕ ਹੈ ਜੀ। ਸੋ ਕੇਪਸ ਨੋਟ ਨੇ ਜਿਹੜੇ ਉਹ ਨਿਕਲਵਾਣੇ ਬਹੁਤ ਜ਼ਰੂਰੀ ਹੈ। ਇਹ ਦੇਖੋ ਕੇਪਸ ਨੋਟ ਦੀ ਫੀਸ ਨੂੰ ਲੈ ਕੇ ਕਨਫਿਊਜ਼ਨ ਹੁੰਦੀ ਹੈ, ਡਿਊਰੇਸ਼ਨ ਨੂੰ ਲੈ ਕੇ ਕਨਫਿਊਜ਼ਨ ਹੁੰਦੀ ਹੈ, ਅੰਦਾਜ਼ਨ ਕਿੰਨਾ ਕੁ ਟਾਈਮ ਲੱਗਦਾ ਔਰ ਨੋਟਸ ਕਢਵਾਉਣ ਦਾ ਪ੍ਰੋਸੀਜਰ ਕੀ ਹੈ ਤੁਹਾਡੀ? ਦੇਖੋ ਅਗੇਨ ਇਹਦੇ ਉੱਤੇ ਵੀ ਅੱਜ ਮੈਂ ਤੁਹਾਨੂੰ ਖੁੱਲ ਕੇ ਗੱਲ ਦੱਸਦਾ, ਜਿਹੜਾ ਤੁਹਾਨੂੰ ਮੈਨੂੰ ਲੱਗਦਾ $5 ਦੇ ਵਿੱਚ ਵੀ ਕੇਪ ਨੋਟਸ ਨਿਕਲਦੇ ਨੇ, only $5, but that is when some Canadian citizen और Canadian PR होल्डर है उन्हें निकलवाने ने ते $5 ਤੇ ਵੀ ਨਿਕਲਦੇ ਨੇ। ਅਸੀਂ ਕਢਵਾਣੇ ਆ we can get it done at around $30-35 ਤੇ ਕੇਪ ਨੋਟਸ ਨਿਕਲਦੇ ਨੇ। 2200-2500 ਰੁਪਏ ਦਾ ਖਰਚਾ ਹੈਗਾ, but we also charge 5000 ਰੁਪਏ ਲਈਦੇ ਆ, 6000 ਰੁਪਏ ਵੀ ਲੈ ਲਈਦੇ ਆ, ਲੋਕੀ 10000 ਵੀ ਲੈ ਲੈਂਦੇ ਆ। 10000 ਤੱਕ ਵੀ ਜੇ ਕੇਪ ਨੋਟਸ ਚਾਰਜ ਕਰ ਰਿਹਾ, ਇਟਸ ਨਾਟ ਅ ਬਿਗ ਡੀਲ, ਬਿਕਾਜ਼ ਕੇਪ ਨੋਟਸ ਵੀ 2 ਤਰ੍ਹਾਂ ਦੇ ਨੇ ਜੀ। ਡਿਟੇਲਡ ਕੇਪ ਨੋਟਸ ਹੁੰਦੇ ਨੇ ਜਿਸ 'ਚ ਥੋੜੇ ਜਿਹੇ ਐਕਸਟਰਾ ਪੈਸੇ ਲੱਗਦੇ ਨੇ, ਬਟ ਯੂ ਗੈਟ ਆਲ ਦਾ ਡਿਟੇਲਸ ਵੀ ਕਿਉਂ ਹੈ, ਕਿਸ ਤਰ੍ਹਾਂ ਹੈ। ਪਲੱਸ ਜਿਹਨੇ ਕੇਪ ਨੋਟਸ ਨਿਕਲਵਾਣੇ ਨੇ ਉਹਨੂੰ ਸਮਝ ਕੇ ਤੁਹਾਨੂੰ ਦੱਸਣਾ ਵੀ, ਇੰਟਰਪ੍ਰੀਟੇਸ਼ਨ ਵੀ ਦੇਣੀ ਹੈ ਵੀ ਕੀ ਹੈਗਾ ਔਰ ਕਿਸ ਤਰ੍ਹਾਂ। ਸੋ ਜੇ ਕੋਈ 2-4-5000 ਰੁਪਏ ਆਪਣੀ ਫੀਸ ਉਸ ਲਈ ਐਕਸਟਰਾ ਲੈ ਰਿਹਾ, ਆਈ ਡੋਂਟ ਫੀਲ ਵੀ ਉਹਦੇ 'ਚ ਆਪਾਂ ਨੂੰ ਕੋਈ ਕ੍ਰਿਬ ਕਰਨ ਦੀ ਲੋੜ ਹੈਗੀ ਹੈ। ਹਾਂ, ਕੋਈ ਤੁਹਾਡੇ ਕੋਲ ਕੇਪ ਨੋਟ 'ਤੇ 50000 ਰੁਪਏ ਚਾਰਜ ਕਰ ਰਿਹਾ, 25000 ਰੁਪਏ ਚਾਰਜ ਕਰ ਰਿਹਾ, 20000 ਰੁਪਏ ਚਾਰਜ ਕਰ ਰਿਹਾ, ਦੈਟ ਇਜ਼ ਅਨਐਕਸੈਪਟੇਬਲ। ਜੇ ਕੋਈ 5-7000 10000 ਤੁਹਾਡੇ ਕੋਲ ਲੈ ਰਿਹਾ, 5000 ਅਗਲੇ ਨੇ ਕਮਾ ਵੀ ਲਏ ਤੁਹਾਡੇ ਕੋਲ ਕੇਪ ਨੋਟਸ ਨਿਕਲਵਾਉਣ ਦੇ, ਆਪਣੀ ਐਫਰਟ ਲਗਾਈ ਹੈ, ਉਹਨੂੰ ਇੰਟਰਪ੍ਰੇਟ ਕਰਕੇ ਦੱਸਣਾ ਹੈਗਾ। ਆਈ ਡੋਂਟ ਥਿੰਕ ਉਹ 'ਚ ਕੋਈ ਬੁਰਾਈ ਹੈਗੀ ਹੈ। ਕੋਈ ਬਿਜ਼ਨਸ ਕਰ ਰਹੇ ਸਾਰੇ ਲੋਕ ਕਮਾਈ ਨੂੰ ਹੀ ਕਰ ਰਹੇ ਜੀ, 4 ਪੈਸੇ ਉਹਨਾਂ ਨੇ ਬਣਾਣੇ, ਸਟਾਫ ਕੰਮ ਕਰਦਾ ਹੈਗਾ, ਸਾਰੇ ਐਕਸਪੈਂਸਿਸ ਹੁੰਦੇ ਆ, ਸਾਰੇ ਕੰਮ ਫ੍ਰੀ 'ਚ ਨਹੀਂ ਕੀਤੇ ਜਾ ਸਕਦੇ। ਜੇ ਕੋਈ ਫ੍ਰੀ ਕਹਿੰਦਾ ਨਾ ਤੇ ਉਹਦੇ ਪਿੱਛੇ 5 ਤੇ 50 ਅਗਲੇ ਨੇ ਤੁਹਾਡੇ ਕੋਲ ਕਢਾਈ ਲੈਣੇ। ਸਰ ਰਮਨ ਚੀਮਾ ਜੀ ਦੇ ਸਵਾਲ ਦਾ ਜਵਾਬ ਜ਼ਰੂਰ ਦਿਓ। ਆਸਟ੍ਰੇਲੀਆ ਰਿਫਿਊਜ਼ਲ ਪੀਟੀ ਸਕੋਰ 61, ਹੁਣ ਸੇਂਟ ਕਲੇਅਰ ਕਾਲਜ ਕੈਨੇਡਾ ਮਈ ਇਨਟੇਕ, ਵੀਜ਼ਾ ਚਾਂਸ ਸਕਸੈਸ। ਰਮਨ ਦੇਖੋ ਇਟਸ ਨਾਟ ਓਨਲੀ ਅਬਾਊਟ ਪੀਟੀਈ, ਵੀ ਨੀਡ ਟੂ ਨੋ ਵੀ ਤੁਹਾਡਾ ਪ੍ਰੋਫਾਈਲ ਕੰਪਲੀਟ ਕੀ ਹੈਗਾ, ਕੀ ਸਬਜੈਕਟਸ ਤੁਸੀਂ ਪੜ੍ਹੇ ਹੋਏ ਨੇ, ਕਿਹੜੇ ਕੋਰਸ ਵਿੱਚ ਐਡਮਿਸ਼ਨ ਲਈ ਹੈਗੀ ਹੈ, ਗੈਪ ਹੈ ਤੇ ਗੈਪ ਦਾ ਕੀ ਹੈਗਾ। ਸੋ ਓਨਲੀ ਪੀਟੀ ਵਿਲ ਨਾਟ ਡਿਟਰਮਿਨ ਵੀ ਤੁਸੀਂ ਵੀਜ਼ਾ ਮਿਲੇਗਾ ਕਿ ਨਹੀਂ ਮਿਲੇਗਾ। ਮੋਰਓਵਰ ਪੀਟੀ ਨਾਲ ਵੀਜ਼ਾ ਮਿਲਦੇ ਨੇ, ਬਟ ਫਾਈਲ ਨਾਨ ਐਸਡੀਐਸ ਲੱਗੇਗੀ। ਨਾਨ ਐਸਡੀਐਸ ਫਾਈਲ ਥੋੜੀ ਜਿਹੀ ਹੋਰ ਟੈਕਨੀਕਲ ਹੋ ਜਾਂਦੀ ਹੈ, ਉਹ 'ਚ ਕਾਫੀ ਸਾਰੀ ਡਾਕੂਮੈਂਟੇਸ਼ਨ ਵੀ ਲੱਗਦੀ ਹੈ। ਆਈ ਬਲੀਵ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲਓ, ਨੰਬਰ ਤੇ ਕਾਲ ਕਰ ਲਓ 9216 355 ਤੇ ਅਪਾਇੰਟਮੈਂਟ ਫਿਕਸ ਕਰਕੇ ਮਿਲ ਲਓ ਇੱਕ ਵਾਰੀ ਆ ਕੇ, ਜਾਂ ਆਪਣੇ ਡਾਕੂਮੈਂਟਸ WhatsApp ਕਰ ਦਿਓ ਸਾਨੂੰ ਇਸੇ ਨੰਬਰ ਤੇ। ਨॉन ਮੈਡੀਕਲ ਵਾਲੇ ਬਿਜ਼ਨਸ ਕੋਰਸ ਬਿਲਕੁਲ ਲੈ ਸਕਦੇ ਨੇ ਜੀ, ਕੋਈ ਐਸੀ ਗੱਲ ਨਹੀਂ ਜਤਿੰਦਰ ਜੀ, ਬਿਲਕੁਲ ਲੈ ਸਕਦੇ ਨੇ ਜਤਿੰਦਰ ਕੌਰ, ਨॉन ਮੈਡੀਕਲ ਵਾਲੇ ਬਿਜ਼ਨਸ ਕੋਰਸ ਲੈ ਸਕਦੇ ਨੇ। ਬਿਲਕੁਲ ਠੀਕ ਹੈ। ਸੋ ਬੜੀ ਇੰਪੋਰਟੈਂਟ ਗੱਲਬਾਤ ਹੈ ਜਿਹੜੀ ਸਾਡੀ ਇਸ ਸ਼ੋਅ ਦੇ ਵਿੱਚ ਵੀ ਚੱਲ ਰਹੀ ਹੈ ਸੁਕਾਂਤ ਤ੍ਰਿਵੇਦੀ ਜੀ ਦੇ ਨਾਲ। ਸੋ ਅਲੱਗ-ਅਲੱਗ ਪੈਰਾਮੀਟਰਸ ਦੇ ਉੱਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀਆਂ ਪ੍ਰੋਬਲਮਸ ਵੀ ਨੇ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਅਸੀਂ ਇਸ ਸ਼ੋਅ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਨਵੇਂ ਸਟੂਡੈਂਟ ਤ੍ਰਿਵੇਦੀ ਸਾਹਿਬ, ਮੈਂ ਨੋਟ ਕੀਤਾ ਨਵੇਂ ਸਟੂਡੈਂਟਸ ਦੇ ਅਪਲਾਈ ਕਰਨ ਦਾ ਟ੍ਰੈਂਡ ਕਾਫੀ ਜ਼ਿਆਦਾ ਘਟਿਆ, ਮੈਂ ਪਿਛਲੇ ਕੁਝ ਦਿਨਾਂ 'ਚ ਦੇਖਿਆ। ਕਿਉਂ? ਕਿਉਂਕਿ ਡੀਮੋਟੀਵੇਟ ਹੈ ਸਟੂਡੈਂਟ। ਗੱਲ ਹੋਈ ਨਾ ਸਰ, ਕੋ ਕਰਤੱਵਯ ਵਾਲਾ ਪੜ੍ਹ ਲਓ, 9 ਮਹੀਨੇ ਹੋ ਗਏ,
ਇੱਕ ਸਮੈਸਟਰ ਆਲਮੋਸਟ ਉਹਨੇ ਪੜ੍ਹ ਲਿਆ, ਉਹਦੇ ਦੋਸਤ ਜਿਹੜੇ ਵੇਟ ਕਰ ਰਹੇ ਨੇ, ਜਿਨ੍ਹਾਂ ਨੇ ਆਪਣੀ ਫਾਈਲ ਲਗਾਣੀ ਸੀ, ਉਹ ਦੇ ਆਰ ਵੇਟਿੰਗ ਵੀ ਕਰਤੱਵਯ ਦਾ ਹੋ ਜਾਏ ਕੁਝ ਜੀ, ਫਿਰ ਅਸੀਂ ਲਗਾਵਾਂਗੇ। ਸੋ ਦੈਟਸ ਵਾਟ ਇਜ਼ ਹੈਪਨਿੰਗ। ਇੱਕ ਐਤਕੀ ਜਿਹੜੀ ਹੋਰ ਜਿਹੜੀ ਗੱਲ ਹੈਗੀ, ਜਿਹੜੇ +2 2021 ਦੇ ਐਗਜ਼ਾਮ ਹੈ, ਦੇ ਆਰ ਟੂ ਬੀ ਹੈਲਡ ਇਨ ਮਈ ਵਾਲਿਆਂ ਦਾ ਰਿਜ਼ਲਟ ਜਾ ਕੇ ਜੂਨ ਚ ਆਏਗਾ। ਕਦੋਂ ਉਹ ਐਗਜ਼ਾਮ ਦੇਣਗੇ, ਕਦੋਂ ਆਇਲਟਸ ਕਲੀਅਰ ਕਰਨਗੇ, ਸੈਪਟੰਬਰ ਇਨਟੇਕ ਇਜ਼ ਗੋਣਾ ਬੀ ਵੈਰੀ ਟਫ ਫॉर them। ਸੋ ਉਹਨਾਂ ਵਿਚਾਰਿਆਂ ਦੇ ਵੀ 5-6 ਮਹੀਨੇ ਵੇਸਟ ਹੋਣੇ ਆ। ਸੋ ਚੀਜ਼ਾਂ ਹੱਲੇ ਵੀ ਜਿਹੜੀਆਂ ਨਾ ਜੀ ਕੋਈ ਬਹੁਤ ਵਧੀਆ ਵਾਲੇ ਪਾਸੇ ਨਹੀਂ ਚੱਲ ਰਹੀਆਂ। ਓਨਲੀ ਥਿੰਗ ਇਜ਼ ਟਰੈਵਲ ਪੋਸੀਬਲ ਹੋ ਗਿਆ, ਕੈਨੇਡਾ ਫੋਰਚੂਨੇਟਲੀ ਟਰੈਵਲ ਓਕੇ ਕਰਾ ਰਿਹਾ ਹੈ। ਪਲੱਸ ਜਿਹੜਾ ਲਾਸਟ ਵੀਕ ਇੱਕ ਆਇਆ ਵੀ ਉਹਨਾਂ ਨੇ ਆਪਣਾ CRS ਦਾ ਸਕੋਰ ਜਿਹੜਾ 75 ਦੇ ਸਕੋਰ ਦੇ ਉੱਪਰ ਵੀ ਜਿਹੜੇ ਉਹ ਇਹ ਔਨਸ਼ੋਰ ਵਾਲੇ ਲੋਕਾਂ ਲਈ ਸੀਗਾ, ਜਿਨ੍ਹਾਂ ਕੋਲ ਆਲਰੇਡੀ ਵਰਕ ਪਰਮਿਟ ਤੇ ਸੀਗੇ, ਜਿਹੜੇ ਲੋਕ PR ਪਾਈ ਹੋਈ ਸੀਗੀ, ਉਹਨਾਂ ਦਾ 75 ਦੇ ਸਕੋਰ ਤੇ ਵੀ PR ਦੇ ਦਿੱਤੀ ਉਹਨਾਂ ਨੇ। ਸੋ that shows ਵੀ ਕੈਨੇਡਾ is there to stay। ਕੈਨੇਡਾ ਨੇ ਵੀਜ਼ਾਸ ਦੇਣੇ ਹੈਗੇ, PR ਵੀ ਦੇਣੀਆਂ ਹੈਗੀਆਂ ਸਾਰਿਆਂ ਨੂੰ, ਪਰ ਆ ਥੋੜਾ ਜਿਹਾ ਜਿਹੜਾ ਔਖੇ ਵਾਲਾ ਟਾਈਮ ਹੈਗਾ, ਇਹ ਸਾਨੂੰ ਕੱਢਣਾ ਹੀ ਪੈਣਾ ਜੀ। ਸੋ ਇਹਨੂੰ ਅੱਛੇ ਤਰੀਕੇ ਨਾਲ ਕੱਢ ਲਈਏ, ਸਮਾਂ ਤੇ ਕੱਢਣਾ ਹੀ ਪੈਣਾ ਹੈ। ਬਿਲਕੁਲ ਠੀਕ ਹੈ। ਸੋ ਇਹ ਵੀ ਇਸ ਗੱਲ ਤੋਂ ਵੀ ਲੋਕ ਕਾਫੀ ਜ਼ਿਆਦਾ ਖੁਸ਼ ਹੋਏ ਕਿ 75 ਦੇ ਸਕੋਰ ਦੇ ਉੱਤੇ ਵੀ ਉਹਨਾਂ ਨੇ ਸਟੂਡੈਂਟਸ ਨੂੰ ਜਿਹੜਾ ਹੈਗਾ ਉਹ ਐਡਮਿਟ ਕੀਤਾ, ਜਿਹੜੇ ਆਲਰੇਡੀ ਉੱਥੇ ਸਟੂਡੈਂਟਸ ਨੂੰ ਨਹੀਂ, ਇਹ ਸੀਗਾ ਜਿਹੜੇ ਆਲਰੇਡੀ ਵਰਕ ਪਰਮਿਟ ਤੇ ਸੀਗੇ, ਜਿਨ੍ਹਾਂ ਦੀ ਫਾਈਲਾਂ ਲੱਗੀਆਂ ਹੋਈਆਂ ਸੀਗੀਆਂ, ਜਿਨ੍ਹਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਜੀ ਕੱਲ ਨੂੰ ਇਹਨਾਂ ਸਟੂਡੈਂਟਸ ਨੇ ਵੀ ਤੇ ਇਸੇ ਪਾਸੇ ਜਾਣਾ। ਸੋ ਸਾਰਿਆਂ ਲਈ ਇਹ ਬੜੀ ਅੱਛੀ ਗੱਲ ਹੈ ਕਿ ਕੈਨੇਡਾ ਇਜ਼ ਓਪਨ ਆਰਮਸ ਦੇ ਨਾਲ, PR ਨੂੰ ਤਾਂ ਕੋਈ ਦਿੱਕਤ ਹੈ ਹੀ ਨਹੀਂ ਜੀ ਕੈਨੇਡਾ ਦੀ। ਤ੍ਰਿਵੇਦੀ ਸਾਹਿਬ, ਜਿਹੜੇ ਹੁਣ ਸਟੂਡੈਂਟਸ ਪੜ੍ਹ ਰਹੇ ਨੇ ਜੀ, ਜਿਹੜੇ ਸਟੂਡੈਂਟਸ ਪੜ੍ਹ ਰਹੇ ਨੇ, ਸਾਰੇ ਇੱਕ ਸਟੂਡੈਂਟ ਨੇ ਅਮਿਤ ਅਰੋੜਾ, ਇਹਨਾਂ ਦੇ ਸਵਾਲ ਤੋਂ ਬਾਅਦ ਮੈਂ ਸਵਾਲ ਲੈ ਕੇ ਆਣਾ। ਕਹਿੰਦੇ PT 56 4 year ਜੌਬ ਐਕਸਪੀਰੀਅੰਸ ਕਾਨਸਟੇਬਲ ਕਾਲਜ ਸਟੱਡੀ ਵੀਜ਼ਾ ਦੇ ਕਿੰਨੇ ਚਾਂਸ ਨੇ? ਲਾਸਟ ਕੁਆਲੀਫਿਕੇਸ਼ਨ ਅਮਿਤ ਯੂ ਹੈਵ ਟੂ ਟੈਲ ਮੀ, ਲਾਸਟ ਕੁਆਲੀਫਿਕੇਸ਼ਨ +2 ਸੀਗੀ ਜਾਂ ਬੈਚਲਰ ਸੀਗੀ? ਜੇ ਤੇ +2 ਸੀਗੀ, ਦਿਸ ਸਕੋਰ ਇਜ਼ ਸਫੀਸ਼ੀਐਂਟ। ਇਫ ਇਟ ਵਾਸ ਬੈਚਲਰ, ਦਿਸ ਸਕੋਰ ਇਜ਼ ਨਾਟ ਸਫੀਸ਼ੀਐਂਟ। ਯੂ ਸ਼ੁਡ ਏਮ ਫॉर ਸਮਥਿੰਗ +59 ਦਾ PT ਦਾ ਸਕੋਰ ਕੱਢੋ, ਜੇ ਪਿਛਲਾ ਤੁਹਾਡੀ ਲਾਸਟ ਕੁਆਲੀਫਿਕੇਸ਼ਨ ਵਾਸ ਬੈਚਲਰ। ਜੀ ਸਰ, ਅਗਰ +2 ਹੈ then it is okay, then that's fine ਜੀ। ਚਲੋ ਅਮਿਤ ਜੀ ਨੂੰ ਜਵਾਬ ਦੇਤਾ। ਸੋ ਤੁਸੀਂ ਦੁਬਾਰਾ ਆਪਣਾ ਸਵਾਲ ਵੀ ਕਰ ਸਕਦੇ ਹੋ। ਤ੍ਰਿਵੇਦੀ ਸਾਹਿਬ, ਜਿਹੜੀ ਗੱਲ ਆਈ ਹੈ ਹੁਣ ਕੈਨੇਡਾ ਤੋਂ ਕਿ ਤੁਸੀਂ ਜਿਹੜਾ ਆਪਣਾ ਕੋਰਸ ਆਨਲਾਈਨ ਵੀ ਕੰਪਲੀਟ ਕਰ ਲੈਂਦੇ ਹੋ ਐਂਡ ਆਫ ਦਾ ਈਅਰ ਤੇ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ, ਇਹ ਕਿੰਨਾ ਕੁ ਹੈਲਪਫੁਲ ਹੈ ਸਟੂਡੈਂਟਸ ਲਈ? ਸਰ ਬਿਲਕੁਲ, ਕੈਨੇਡਾ ਨੇ ਆਪਣੇ ਵੱਲੋਂ ਤੇ ਬੜੀ ਅੱਛੀ ਆਪਸ਼ਨ ਦਿੱਤੀ ਹੈ, ਬਟ ਸੱਚ ਕੀ ਹੈ, ਪੰਜਾਬ, ਆਪਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਬਾਕੀ ਇੰਡੀਆ ਦੀ ਗੱਲ ਨਹੀਂ ਕਰ ਰਹੇ। ਸਾਡੇ ਜਿਹੜੇ ਦਰਸ਼ਕ ਹੈ ਮੋਸਟਲੀ ਪੰਜਾਬ ਦੇ ਨੇ, ਉੱਤਰਾਖੰਡ ਦੇ ਨੇ, ਰਾਜਸਥਾਨ ਦੇ ਨੇ, ਅਸੀਂ ਪੰਜਾਬ ਦੀ ਮਾਰਕੀਟ 'ਚ ਬੈਠੇ ਹਾਂ। ਪੜ੍ਹਾਈ ਯੈਸ ਇਜ਼ ਵੈਰੀ ਇੰਪੋਰਟੈਂਟ, ਬਟ ਕੈਨੇਡਾ ਜਾਣਾ ਵੀ ਬਹੁਤ ਇੰਪੋਰਟੈਂਟ ਹੈਗਾ ਇਹਨਾਂ ਸਟੂਡੈਂਟਸ ਦੇ ਲਈ। ਮਾਂ-ਬਾਪ ਦੇ ਸੁਪਨੇ ਬਹੁਤ, ਇਹਨਾਂ ਦੇ ਸ਼ੋਲਡਰਸ ਦੇ ਉੱਤੇ ਬਹੁਤ ਭਾਰ ਹੈ, ਮਾਂ-ਬਾਪ ਦੇ ਸੁਪਨਿਆਂ ਦਾ, ਪਰਿਵਾਰਾਂ ਦੇ ਸੁਪਨਿਆਂ ਦਾ, ਵੀ ਇਹਨਾਂ ਬੱਚਿਆਂ ਨੇ ਕੈਨੇਡਾ ਜਾਣਾ, ਪੜ੍ਹਾਈ ਕਰਨੀ ਹੈ, PR ਲੈਣੀ ਹੈ, ਕਮਾਈਆਂ ਵੀ ਕਰਨੀਆਂ ਨੇ। ਜੇ ਕੈਨੇਡਾ ਇਹੀ ਕਹਿੰਦਾ ਹੈ ਤੇ ਆਪਣੇ ਕਾਲਜਸ ਨੂੰ ਕਵੇ ਵੀ ਆ ਜਿਹੜੀ ਪੜ੍ਹਾਈ ਕਰਾਣੀ, ਜੇ ਆਨਲਾਈਨ ਕੋਈ ਪੜ੍ਹਾਈ ਕਰ ਰਹੇ ਅੱਧੇ ਪੈਸਿਆਂ 'ਚ ਕਰਾਣ। ਫਿਰ ਆਪਾਂ $18,000 ਕਿਉਂ ਖਰਚੇ ਇੱਕ ਸਟੂਡੈਂਟ ਜੀ? ਵਾਈ ਸ਼ੁਡ ਹੀ ਸਪੈਂਡ 9-10 ਲੱਖ ਰੁਪੀਜ਼ ਔਨ ਦੈਟ ਐਜੂਕੇਸ਼ਨ ਜਿਹੜੀ ਆਨਲਾਈਨ ਮਿਲਣੀ ਹੈ? ਉਹ ਖਰਚਣ, ਉਹਦੇ 3 ਲੱਖ ਰੁਪਏ 'ਚ ਪੜ੍ਹਾਈ ਕਰਾਣ ਉਹਨੂੰ। ਸਟੂਡੈਂਟਸ ਵਿਲ ਆਲਸੋ ਵੀ ਹੈਪੀ, ਉਹਨਾਂ ਦੇ ਪੱਲੇ ਵੀ ਕੁਝ ਪਏਗਾ। ਸੋ ਇਹ ਮੈਂ ਨਹੀਂ ਸਮਝਦਾ ਵੀ ਇਸ ਚੀਜ਼ ਦੇ ਉੱਤੇ ਕੋਈ ਖੁਸ਼ ਹੋਏਗਾ ਵੀ ਹਾਂਜੀ ਸਾਰੀ ਪੜ੍ਹਾਈ ਆਨਲਾਈਨ ਕਰ ਲਓ ਤੇ ਅਸੀਂ ਬਾਅਦ ਚੋਂ ਤੁਹਾਨੂੰ ਵਰਕ ਪਰਮਿਟ ਦੇਵਾਂਗੇ। ਦੈਟ ਸਾਡੇ ਪੰਜਾਬ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ, ਦਿਸ ਥਿੰਗ ਵਿਲ ਨਾਟ ਬੀ ਐਕਸੈਪਟੇਬਲ, ਰਾਦਰ ਕਿਤੇ ਵੀ ਨਹੀਂ ਹੋਏਗੀ। ਹਾਂ, ਇਸ ਚੀਜ਼ ਨੂੰ ਅਗਰ ਕਾਲਜ ਸਬਸਿਡਾਈਜ਼ ਕਰ ਦਿੰਦੇ ਐਜੂਕੇਸ਼ਨ ਨੂੰ, ਵੀ ਜਿਹੜੀ 18,000 ਵਾਲੀ ਪੜ੍ਹਾਈ ਸੀ ਜੀ ਅਸੀਂ 6,000 'ਚ ਕਰਾ ਰਹੇ ਹਾਂ, 7,000 'ਚ ਕਰਾ ਰਹੇ ਹਾਂ, ਪੜ੍ਹ ਲਓ ਆਨਲਾਈਨ, ਆਈ ਥਿੰਕ देयर विल बी वेरी गुड रिस्पांस फ्रॉम द स्टूडेंट्स। बट ये नहीं हो रहा, कॉलेजेस नहीं करा रहे, 6-7,000 फीस ਤੇ ਪੂਰੀ ਲੈ ਰਹੇ हैं, ਤੇ ਆਨਲਾਈਨ ਕਿਉਂ ਪੜਨ ਜੀ ਬੱਚੇ ਫਿਰ? ਪਰ ਅਜਿਹਾ ਕਿਉਂ ਨਹੀਂ ਹੋਇਆ? ਦੇਖੋ, ਆਸਟ੍ਰੇਲੀਆ ਨੇ ਕਈ ਜਗ੍ਹਾ ਤੇ ਆਪਣੀ ਫੀਸ ਹੈ ਜਿਹੜੀ ਉਹ ਘਟਾਈ ਹੈ। ਕੈਨੇਡਾ ਦੇ ਕਾਲਜਸ ਜਾਂ ਯੂਨੀਵਰਸਿਟੀਜ਼ ਨੇ ਫੀਸ ਬਿਲਕੁਲ ਕਿਸੇ ਰੂਪ 'ਚ ਨਹੀਂ ਘਟਾਈ। ਪਰ ਇਸ ਕਰਕੇ ਆਪਾਂ ਅੱਜ ਆ ਸ਼ੋ ਕਰ ਰਹੇ ਹਾਂ ਮੈਸੇजेस। ਦੇਖੋ, ਜੇ 100 ਮੈਸੇਜ ਆ ਰਿਹਾ, 100 ਚੋਂ 95 ਮੈਸੇਜ ਉਹੀ ਜਿਹੜੇ ਕੈਨੇਡਾ ਹੀ ਜਾਣਾ ਚਾਹੁੰਦੇ ਨੇ। ਕੈਨੇਡਾ ਉਹਨਾਂ ਦਾ ਰਿਸ਼ਤੇਦਾਰ ਬੈਠਾ, ਕੈਨੇਡਾ ਅਪਲਾਈ ਕਰਕੇ ਬੈਠੇ ਨੇ, 4 ਵਾਰ ਰਿਫਿਊਜ਼ ਹੋ ਗਏ, 5 ਵਾਰ ਰਿਫਿਊਜ਼ ਹੋ ਗਏ। ਸਪਲਾਈ ਐਂਡ ਡਿਮਾਂਡ ਵਾਲੀ ਸਿਚੁਏਸ਼ਨ ਹੈ ਜੀ। ਕੈਨੇਡਾ ਵਾਲਿਆਂ ਨੂੰ ਪਤਾ ਹੈ, ਉਹਨਾਂ ਕਾਲਜਸ ਨੂੰ ਪਤਾ, ਅਸੀਂ ਫੀਸ $5,000 ਹੋਰ ਵੀ ਵਧਾ ਦਈਏ ਤਾਂ ਵੀ ਬੱਚਿਆਂ ਨੇ ਆਣਾ। ਉਹ ਭਾਵੇਂ ਆਪਣੀ ਪਹਿਲੀ 1 ਕਿੱਲਾ ਵੇਚ ਕੇ, ਗਹਿਣੇ ਰੱਖ ਕੇ ਨਾ ਆਣ, ਵੇਚ ਕੇ ਨਾ ਆਣ, ਉਹਨਾਂ ਨੇ ਆਣਾ ਹੀ ਆਣਾ। ਸੋ ਦੈਟ ਸਿਚੁਏਸ਼ਨ ਇਜ਼ देयर। ਆਸਟ੍ਰੇਲੀਆ ਦੀ ਥੋੜੀ ਜਿਹੀ ਸਿਚੁਏਸ਼ਨ ਇਸ ਵੇਲੇ, ਆਸਟ੍ਰੇਲੀਆ ਕੁਆਲਿਟੀ ਵਾਲੇ ਪਾਸੇ ਜਾਂਦਾ। ਉਹਨਾਂ ਨੂੰ ਚਾਹੀਦਾ ਵੀ ਇੰਨੇ % ਤੋਂ ਘੱਟ ਨੰਬਰ ਹੋਣਗੇ, ਆਇਲਟਸ ਦਾ ਸਕੋਰ ਪ੍ਰੋਪਰ ਨਹੀਂ ਹੋਏਗਾ, ਫੰਡਸ ਪ੍ਰੋਪਰ ਨਹੀਂ ਹੋਣਗੇ ਤੇ ਅਸੀਂ ਵੀਜ਼ਾ ਨਹੀਂ ਦੇਵਾਂਗੇ। ਯੂਨੀਵਰਸਿਟੀਜ਼ GT ਕਰਦੀਆਂ ਨੇ, ਨਾਲ ਦੇ ਨਾਲ ਉਹ ਇਨਸੈਂਟੀਵਾਈਜ਼ ਵੀ ਕਰ ਰਹੇ ਬੱਚਿਆਂ ਨੂੰ, ਯਾਰ ਤੁਸੀਂ 25% ਸਕਾਲਰਸ਼ਿਪ ਲੈ ਲਓ, 30% ਲੈ ਲਓ ਜੇ ਆਨਲਾਈਨ ਪੜ੍ਹਨਾ ਹੈ।
ਕੈਨੇਡਾ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ, ਹਰ ਇੱਕ ਨੂੰ ਲੱਗਦਾ ਵੀ ਕੈਨੇਡਾ ਤੇ ਵੀਜ਼ਾ ਹੀ ਲੈਣਾ, 6 ਹੀ ਚ ਆ ਗਏ ਤੇ ਕੈਨੇਡਾ ਵੀਜ਼ਾ ਸਾਹਮਣੇ ਪਿਆ। ਇਟਸ ਨਾਟ ਦੈਟ ਇਨ ਆਸਟ੍ਰੇਲੀਆ। 6 ਹੀ ਜਾਣ ਤੋਂ ਬਾਅਦ ਵੀ ਤੁਹਾਡੇ ਐਕੈਡੈਮਿਕਸ ਵੀ ਦੇਖੇ ਜਾਂਦੇ ਨੇ, ਤੁਹਾਡੇ ਫਾਈਨੈਂਸ਼ੀਅਲਸ ਵੀ ਦੇਖੇ ਜਾਣੇ ਨੇ, ਤੁਹਾਡੀ ਇਨਕਮ ਵੀ ਦੇਖੀ ਜਾਣੀ ਹੈ। ਕੈਨੇਡਾ ਇੰਨਾ ਕੰਪਲਿਕੇਟਡ ਨਹੀਂ ਹੈਗਾ, ਈਜ਼ੀ ਟੂ ਗੈਟ ਹੈਗਾ, ਪਲੱਸ ਇਸੇ ਕਰਕੇ ਡਿਮਾਂਡ ਵੀ ਬਹੁਤ ਜ਼ਿਆਦਾ ਜੀ। PR ਵੀ ਕੈਨੇਡਾ ਥੋੜੀ ਫਾਸਟ ਦੇ ਦਿੰਦਾ ਆਸਟ੍ਰੇਲੀਆ ਨਾਲੋਂ, ਹਰ ਕੋਈ ਜਾਣਾ ਕੈਨੇਡਾ ਚਾਹੁੰਦਾ। ਸੋ ਸਪਲਾਈ ਐਂਡ ਡਿਮਾਂਡ ਵਾਲੀ ਗੱਲ ਹੈ ਜੀ। ਜੇ ਸਟੂਡੈਂਟਸ ਇੱਥੋਂ ਅਪਲਾਈ ਨਹੀਂ ਕਰਨਗੇ, ਹੋਰ 6 ਮਹੀਨੇ ਆਪਣੇ ਆਪ ਕੈਨੇਡਾ ਕਾਲਜ ਵਾਲੇ ਆਉਣਗੇ ਡਿਸਕਾਊਂਟਸ ਦੇ ਉੱਤੇ, ਐਡਮਿਸ਼ਨਸ ਘਟਣਗੀਆਂ, ਨੰਬਰਸ ਘਟਣਗੇ। ਨੰਬਰ ਤੇ ਘਟ ਨਹੀਂ ਨਾ ਰਹੇ ਜੀ ਉਹਨਾਂ ਕੋਲ, ਐਡਮਿਸ਼ਨਾਂ ਫੁੱਲ ਚੱਲ ਰਹੀਆਂ ਨੇ, ਬੈਕਲੌਗ ਕਿੰਨਾ ਲੰਬਾ ਪਿਆ ਹੋਇਆ। ਸੋ ਕਾਲਜਸ ਇਸ ਕਰਕੇ ਫੀਸ ਨਹੀਂ ਘਟਾਉਂਦੇ ਜੀ। ਬਿਲਕੁਲ ਠੀਕ ਹੈ। ਸੋ ਬਹੁਤ ਵੱਡਾ ਮਤਲਬ ਦੇਖੋ, ਬੈਕਲੌਗ। ਅੱਜ ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਨਾ ਡੱਲਾ ਜੀ, ਇਹ ਕੋਈ ਬਿਜ਼ਨਸ ਵਾਲੀਆਂ, ਕਾਰੋਬਾਰ ਵਾਲੀਆਂ ਗੱਲਾਂ ਨਹੀਂ ਹੈਗੀਆਂ ਜੀ। ਗੱਲਾਂ ਕੀਤੀਆਂ, ਥੀਸ ਹਰਟ ਮਾਈ ਬਿਜ਼ਨਸ ਬਟ ਦੈਟਸ ਟਰੂਥ। ਸੱਚ ਇਹੀ ਹੈਗਾ। ਬੱਚੇ ਜਿਹੜੇ ਇਸ ਵੇਲੇ ਸਪੈਸ਼ਲੀ ਕੈਨੇਡਾ ਵਾਲੇ, ਉਹ ਬੜੀ ਨਾਜ਼ੁਕ ਜੀ ਸਥਿਤੀ ਤੋਂ ਗੁਜ਼ਰ ਰਹੇ ਨੇ, ਉਹਨਾਂ ਦੇ ਪੇਰੈਂਟਸ ਬੜੀ ਨਾਜ਼ੁਕ ਜੀ ਸਥਿਤੀ ਤੋਂ ਗੁਜ਼ਰ ਰਹੇ ਨੇ। ਰਾਤ ਬੈਠ ਕੇ ਬੱਚਾ ਆਨਲਾਈਨ ਕਲਾਸਾਂ ਲਗਾ ਰਿਹਾ। ਕੈਨੇਡਾ ਦਾ ਦਿਨ ਹੈ ਤੇ ਸਾਡੀ ਰਾਤ ਹੈ ਨਾ ਜੀ, 12 ਘੰਟੇ ਦਾ ਤੇ ਫਰਕ ਹੈਗਾ ਆਲਮੋਸਟ ਜੀ। ਉਹ ਫੋਕਸ ਕਰਨਾ, ਹਰ ਰੋਜ਼ ਰਾਤ ਨੂੰ ਜਾਗਣਾ, ਦਿਨੇ ਸੌਣਾ ਜਾਂ ਦਿਨੇ ਅਸਾਈਨਮੈਂਟਸ ਬਣਾਉਣੀਆਂ, ਇਟ ਡਸਨਟ ਵਰਕ ਲਾਈਕ ਦੈਟ। ਇਹ 17,000 ਡਾਲਰ ਬੱਚਿਆਂ ਨੇ ਆਨਲਾਈਨ ਪੜ੍ਹਨ ਲਈ ਨਹੀਂ ਭਰੇ ਜੀ। Colleges have to understand that, Canadian government has to understand that, agents have to understand that। ਇਹ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਜੀ। ਬਿਲਕੁਲ ਠੀਕ ਹੈ। ਸੋ ਇਸ ਪਾਸੇ ਕੀ ਲੱਗਦਾ ਹੈ, ਗਵਰਨਮੈਂਟ ਇਹਨਾਂ ਸਟੂਡੈਂਟਸ ਨੂੰ ਵੀ ਫਿਊਚਰ 'ਚ ਕੋਈ ਬੈਨੀਫਿਟ ਅਨਾਉਂਸ ਕਰ ਸਕਦੀ ਹੈ ਜੀ, ਜਿਨ੍ਹਾਂ ਨੇ ਇੰਨੀ ਸਟਰਗਲ ਕੀਤੀ, ਆਨਲਾਈਨ ਵੀ ਪੜ੍ਹੇ, ਇੰਨੀਆਂ ਪੈਸੇ ਦਿੱਤੇ ਕੈਨੇਡੀਅਨ ਗਵਰਨਮੈਂਟ ਨੂੰ? ਸੋ ਗਵਰਨਮੈਂਟ ਨੇ ਆਪਣੇ ਵੱਲੋਂ ਕਹਤਾ ਨਾ, ਤੁਸੀਂ ਸਾਰੇ ਕੋਰਸ ਭਾਵੇਂ ਕਰ ਰਹੇ ਹੋ ਜੀ, ਅਸੀਂ ਤੁਹਾਨੂੰ ਵਰਕ ਪਰਮਿਟ ਦੇ ਦੇਵਾਂਗੇ, ਬਟ ਦੈਟ ਨਾਟ ਐਂਡ ਆਫ ਇਟ। ਗਵਰਨਮੈਂਟ, ਕੈਨੇਡੀਅਨ ਗਵਰਨਮੈਂਟ ਨੂੰ ਚਾਹੀਦਾ, ਹੁਣ ਤੇ ਟਰੂਡੋ ਸਾਹਿਬ ਦੇ, ਮੋਦੀ ਸਾਹਿਬ ਨਾਲ ਸੰਬੰਧ ਵੀ ਅੱਛੇ ਹੋ ਗਏ ਆ। ਦਵਾਈ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਵੀ ਇੰਡੀਆ ਨਾ ਹੋਵੇ ਤੇ ਕੋਵਿਡ ਕੰਟਰੋਲ ਦੁਨੀਆ 'ਚ ਨਹੀਂ ਹੋ ਸਕਦਾ, ਵਿਚ ਇਜ਼ ਆਈ ਬਿਲੀਵ ਅ ਵੈਰੀ ਬਿਗ ਕੰਪਲੀਮੈਂਟ ਫॉर ਆਵਰ ਕੰਟਰੀ। ਸਾਡੇ ਲਈ ਸੀਨਾ, ਸਾਡਾ ਸੀਨਾ ਗਰਵ ਨਾਲ ਚੌੜਾ ਹੁੰਦਾ ਇਹੋ ਜਿਹੀ ਗੱਲ ਸੁਣ ਕੇ। ਸੋ ਗਵਰਨਮੈਂਟ ਨੂੰ ਚਾਹੀਦਾ ਵੀ ਆਪਣੇ, ਕਿਉਂਕਿ ਕਾਲਜਸ ਵਰਕ ਐਜ਼ ਪਰ ਗਵਰਨਮੈਂਟਸ ਆਰਡਰ, ਗਵਰਨਮੈਂਟ ਜਿਸ ਤਰ੍ਹਾਂ ਚਲਾਏਗੀ, DLI ਜਿਨ੍ਹਾਂ ਕੋਲ ਹੈਗਾ ਉਹਨਾਂ ਨੂੰ ਚੱਲਣਾ ਪੈਣਾ। ਸੋ ਕੈਨੇਡੀਅਨ ਗਵਰਨਮੈਂਟ ਨੂੰ ਵੀ ਚਾਹੀਦਾ ਹੈਗਾ ਵੀ ਕਾਈਂਡਲੀ ਆਪਣੇ ਕਾਲਜਸ ਨੂੰ, ਆਪਣੇ ਐਜੂਕੇਸ਼ਨ ਪ੍ਰੋਵਾਈਡਰਸ ਨੂੰ ਇਹ ਗਾਈਡ ਕਰਨ ਵੀ ਤੁਸੀਂ ਜੇ ਆਨਲਾਈਨ ਪੜ੍ਹਾ ਰਹੇ ਹੋ ਤੇ ਬੱਚਿਆਂ ਕੋਲੋਂ ਫੀਸ ਘੱਟ ਲਓ। ਬਿਕੋਜ਼ ਇੱਕ ਹੋਰ ਗੱਲ ਤੁਹਾਨੂੰ ਅੰਦਰਲੀ ਦੱਸਦਾ, ਜਿੰਨੇ ਵੀ ਕਾਲਜਸ, ਯੂਨੀਵਰਸਿਟੀਜ਼ ਹੈਗੀਆਂ, ਇਹਨਾਂ ਸਾਰਿਆਂ ਨੂੰ ਇਹਨਾਂ ਦਾ ਪਹਿਲਾਂ ਵੀ, ਅੱਜ ਤੇ ਕੋਵਿਡ ਸ਼ੁਰੂ ਹੈ ਤਾਂ ਆਨਲਾਈਨ ਪੜ੍ਹਾ ਰਹੇ ਨੇ, ਸਭ ਦੇ ਆਨਲਾਈਨ ਕੋਰਸਿਸ ਪਹਿਲਾਂ ਵੀ ਸੀਗੇ, ਬਟ ਦੇ ਵਰ ਵੈਰੀ ਸਬਸਿਡਾਈਜ਼ਡ। ਵੀ ਜਿਹੜੇ ਲੋਕੀ ਕੈਨੇਡਾ ਆ ਕੇ ਨਹੀਂ ਪੜ੍ਹਨਾ ਚਾਹੁੰਦੇ, ਆਨਲਾਈਨ ਪੜ੍ਹਨਾ ਚਾਹੁੰਦੇ ਨੇ, ਉਹਨਾਂ ਲਈ ਪਹਿਲਾਂ ਵੀ ਸੀਗੇ। ਤੇ ਵਾਈ ਨਾਟ ਹੁਣ ਕਿਉਂ ਨਹੀਂ ਇਹਨਾਂ ਨੂੰ ਦੇ ਰਹੇ ਹੋ? ਕਿਉਂਕਿ ਉਹਨਾਂ ਨੂੰ ਪਤਾ ਵੀ ਸਟੂਡੈਂਟਸ ਦੀ ਡਿਮਾਂਡ ਬਹੁਤ ਹੈਗੀ ਹੈ, ਉਹਨਾਂ ਨੇ ਛੱਡਣਾ ਹੀ ਨਹੀਂ। ਇੱਕ ਪੱਪੂ ਅਰੋੜਾ ਜੀ ਦਾ ਲੈ ਲਈਏ ਜੀ, ਉਹਨਾਂ ਨੇ ਲਾਈਵ ਛੱਡਣਾ ਹੈਗਾ। ਪੱਪੂ, ਯੂ ਨੀਡ ਟੂ ਸਕੋਰ ਐਟਲੀਸਟ 65% ਮਾਰਕਸ ਬੇਟਾ, 65% ਮਾਰਕਸ ਜ਼ਰੂਰ ਚਾਹੀਦੇ ਨੇ। ਔਰ ਜਿਹੜੇ ਤੁਹਾਡੇ ਮੇਨ ਸਬਜੈਕਟਸ ਹੋਣਗੇ, ਜਿਸ ਤਰ੍ਹਾਂ ਇਕਨੋਮਿਕਸ ਔਰ ਜਿਓਗ੍ਰਾਫੀ ਵਗੈਰਾ ਹੈਗਾ, ਇਹਨਾਂ 'ਚ ਇੰਡੀਵਿਜੂਅਲੀ 65% ਨੰਬਰ ਜ਼ਰੂਰ ਹੋਣੇ ਚਾਹੀਦੇ ਨੇ ਜੇ ਤੁਸੀਂ ਆਸਟ੍ਰੇਲੀਆ ਜਾਣਾ ਤੇ। ਜੀ ਸਰ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਹੀ ਇੰਪੋਰਟੈਂਟ ਗੱਲਬਾਤ ਹੋ ਗਈਆਂ ਜੀ ਗੱਲਾਂ ਜੀ। ਨਹੀਂ, ਬਿਲਕੁਲ ਠੀਕ ਹੈ। ਇਦਾਂ ਦੀਆਂ ਗੱਲਾਂ ਵੀ ਹੋਣੀਆਂ ਚਾਹੀਦੀਆਂ ਨੇ, ਔਰ ਰੋਜ਼-ਰੋਜ਼ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਵੀ ਅਵੇਅਰਨੈਸ ਆਵੇ ਇਸ ਪੂਰੇ ਮਾਮਲੇ ਦੇ ਵਿੱਚ। ਔਰ ਮੈਂ ਦੇਖਦਾ, ਕਿਉਂਕਿ ਹਰ ਵਾਰੀ ਸਾਡੇ ਨਾਲ ਵੱਖਰੀ ਤਰ੍ਹਾਂ ਦੇ ਸਟੂਡੈਂਟ ਜੁੜੇ ਹੁੰਦੇ ਨੇ, ਸੋ ਹੌਲੀ-ਹੌਲੀ ਕਰਕੇ ਇਹ ਮੈਂ ਤੁਹਾਡੀ ਗੱਲ ਇਹਦੇ ਨਾਲ ਵੀ ਸਹਿਮਤ ਨਹੀਂ, ਵੱਖਰੀ ਤਰ੍ਹਾਂ ਦੇ ਨਹੀਂ ਹੈਗੇ। ਤੁਸੀਂ ਅੱਜ ਵੀ ਦੇਖੋਗੇ ਤੇ 100 ਚੋਂ 98 ਮੈਸੇਜ ਉਹਨਾਂ ਦੇ ਹੀ ਆ, ਮੇਰੀ ਫਾਈਲ ਮਾਰਚ ਦੀ ਲੱਗੀ, ਮੇਰੀ ਸਤੰਬਰ ਦੀ ਲੱਗੀ ਹੈ, ਮੇਰੇ PPR ਨਹੀਂ ਆਇਆ, ਮੇਰੇ ਬਾਇਓਮੈਟ੍ਰਿਕਸ ਹੋ ਗਏ, ਮੇਰਾ ਮੈਡੀਕਲ ਨਹੀਂ ਆਇਆ। ਦੇਖੋ ਕਿੰਨਾ ਸਟ੍ਰੈਸ ਲੈਵਲ ਹੈਗਾ, ਕਿੰਨੇ ਦੁਖੀ ਹੈਗੇ ਵਿਚਾਰੇ। ਆਈ ਫੀਲ ਵੈਰੀ ਬੈਡ ਫॉर ਜੇ ਕਿਸੇ ਦਾ PPR ਨਹੀਂ ਆ ਰਿਹਾ, ਉਹ 'ਚ ਤੁਸੀਂ ਕੁਝ ਨਹੀਂ ਕਰ ਸਕਦੇ, ਉਹ 'ਚ ਮੈਂ ਕੁਝ ਨਹੀਂ ਕਰ ਸਕਦਾ। ਉਹ ਤੇ ਕੈਨੇਡੀਅਨ ਐਮਬੈਸੀ ਨੇ ਦੇਣਾ, ਜਦੋਂ ਦੇਣਾ ਉਦੋਂ ਹੀ ਦੇਣਾ ਉਹਨਾਂ ਨੇ। तो we also feel very helpless यार, भी ਅਸੀਂ ਇਹਨਾਂ ਦੀ ਮਦਦ ਵੀ ਨਹੀਂ ਕਰ ਪਾ ਰਹੇ ਕੋਈ ਵੀ। ਅੱਛਾ, ਹਰਜੋਤ ਹੋਣੀ ਕਹਿੰਦੇ ਮਾਰਚ ਇਨਟੇਕ ਦਾ ਕਹਿੰਦੇ ਹੁਣ ਕੀ ਬਣੂ? ਮਾਰਚ ਇਨਟੇਕ ਤੇ ਆ ਗਈ ਜੀ। ਮਾਰਚ ਇਨਟੇਕ ਦੇ ਥੋੜੇ ਬਹੁਤ ਕਾਲਜਸ ਸੀਗੇ, ਕੋਈ ਜ਼ਿਆਦਾ ਕਾਲਜ ਤੇ ਹੈ ਹੀ ਨਹੀਂ ਮਾਰਚ ਇਨਟੇਕ ਦੇ। ਸੋ ਨੈਕਸਟ ਮੇਜਰ ਇਨਟੇਕ ਮਈ ਹੈਗੀ ਹੈ, ਸਤੰਬਰ ਦੀ ਐਡਮਿਸ਼ਨਸ ਵੀ ਸ਼ੁਰੂ ਹੋ ਗਈਆਂ ਜੀ। ਤੁਸੀਂ ਇਹ ਦੇਖੋ, ਸਤੰਬਰ ਦੀ ਐਡਮਿਸ਼ਨ ਵੀ ਹੋਣੀ ਸ਼ੁਰੂ ਹੋ ਗਈਆਂ। ਮਈ ਇਸ ਤਰ੍ਹਾਂ ਫੁੱਲ ਹੋਇਆ ਕੈਨੇਡਾ ਵੀ ਪੁੱਛੋ ਹੀ ਨਾ, ਇੰਨੀ ਡਿਮਾਂਡ ਹੈਗੀ। ਤੇ ਕਾਲਜਸ ਕਿਉਂ ਪੜ੍ਹਾਉਣ ਫਰੀ? ਕਹਿੰਦੇ ਕੋਈ ਨਹੀਂ, ਚੱਲਣ ਦਿਓ। ਬਿਲਕੁਲ ਠੀਕ ਹੈ। ਸਟੂਡੈਂਟਸ ਕ੍ਰੇਜ਼ ਸਟੂਡੈਂਟਸ ਕਾਫੀ ਜ਼ਿਆਦਾ ਹੈਗਾ ਤ੍ਰਿਵੇਦੀ ਸਾਹਿਬ, ਬਿਲਕੁਲ ਵੱਡਾ ਕਾਰਨ ਜੀ। ਕਿਊਬਿਕ ਦੇ ਵੀਜ਼ੇ ਕਦੋਂ ਆਉਣਗੇ, ਇਹ ਵੀ ਸਵਾਲ ਲਗਾਤਾਰ ਆਉਂਦਾ ਜੀ। ਸਰ ਕਿਊਬੈਕ ਦੇ ਵੀਜ਼ਾਸ ਆ ਰਹੇ ਨੇ, ਐਸਾ ਕੁਝ ਨਹੀਂ ਹੈ, ਰੁਕੇ ਹੋਏ ਆ। ਯੈਸ देयर आर ਲਿਟਲ ਸਲੋ। ਜਿਹੜੇ ਆਪਣਾ ਪ੍ਰੋਫਾਈਲ ਹਲਕੇ ਨੇ ਉਹਨਾਂ ਦੇ ਵੀਜ਼ੇ ਨਹੀਂ ਲੱਗਣੇ, ਅੱਗੇ ਲੱਗਦੇ ਵੀ ਰਹੇ ਮਾੜੇ ਮੋਟੇ, ਪਰ ਉਹ ਨਹੀਂ ਲੱਗਣੇ, ਦੇਰ ਵੀ ਉਹਨਾਂ ਨੂੰ ਹੀ ਲੱਗਣੀ ਹੈ।
ਬਿਲਕੁਲ ਠੀਕ ਹੈ ਜੀ। ਸੋ ਦੇਰ ਥੋੜੀ ਬਹੁਤੀ ਲੱਗਦੀ ਵੀ ਹੈ ਔਰ ਦੇਰ ਥੋੜੀ ਬਹੁਤੀ ਅਰਸ਼ ਦਾ ਦੇਖੋ ਜੀ ਕੀ ਆ, ਉਹ ਵਿਚਾਰਾ ਦਿਲ ਤੇ ਲੈ ਗਿਆ, ਕਹਿੰਦਾ ਸਾਡੀ ਵੀ ਕੋਈ ਇੱਜ਼ਤ ਹੈ। ਦੇਖੋ ਅਰਸ਼ ਡੀ ਦਾ ਕੀ ਸਵਾਲ ਹੈਗਾ ਜੀ, ਕਹਿੰਦੇ 25 ਨਵੰਬਰ ਨੂੰ ਫਾਈਲ ਲਾਂਚ ਕੀਤੀ ਸੀ, 14 ਦਸੰਬਰ ਬਾਇਓਮੈਟ੍ਰਿਕ, 27 ਜਨਵਰੀ ਮੈਡੀਕਲ ਰਿਵਿਊ ਸਟਾਰਟ, 3 ਫਰਵਰੀ AIP ਆ ਗਿਆ, ਫਾਈਨਲ ਰਿਜ਼ਲਟ ਕਦੋਂ, ਵੀਜ਼ਾ ਦੇ ਚਾਂਸ ਕਿੰਨੇ ਨੇ ਜੀ ਆਫਟਰ AIP। ਉਹੀ ਗੱਲ ਆ ਗਈ ਨਾ ਡੱਲਾ, ਦੇਖੋ ਨੋਬਡੀ ਕੈਨ, ਇਹਨਾਂ ਦੀ ਨਾਰਾਜ਼ਗੀ ਕੈਨੇਡਾ ਨਾਲ ਸੀ, ਆਪਣੇ ਨਾਲ ਨਹੀਂ। ਵੀ PPR ਕਦੋਂ ਆਏਗਾ, ਹਾਊ ਕੈਨ ਆਈ ਕਾਂਟ ਪ੍ਰੈਡਿਕਟ ਇਟ। ਇਹ ਤੇ ਲੋਕਾਂ ਨੂੰ 4 ਮਹੀਨੇ ਹੋ ਗਏ AIP ਆਇਆ ਨੂੰ, ਵਿਚਾਰਿਆਂ ਦਾ ਸਮੈਸਟਰ ਮੁੱਕਣ ਵਾਲਾ ਹੋ ਗਿਆ, ਕਈਆਂ ਦੇ PPR ਨਹੀਂ ਆਏ, ਕਈਆਂ ਦਾ 10 ਦਿਨ ਪਹਿਲਾਂ AIP ਆਇਆ ਤਾਂ PPR ਆ ਗਿਆ। ਸੋ ਕੋਈ ਸੈਟ ਸਿਸਟਮ ਹੀ ਹੈ ਨਹੀਂ ਕੈਨੇਡੀਅਨ ਐਮਬੈਸੀ ਦਾ, ਵੀ ਫਰਸਟ ਕਮ ਫਰਸਟ ਸਰਵ ਬੇਸਿਸ ਕਰ ਰਹੇ हैं, ਕੋਈ ਸਿਸਟਮ ਹੀ ਨਹੀਂ ਹੈ। ਸੋ ਅਰਸ਼ ਮਾਈ ਫੀਲਿੰਗਸ ਆਰ ਆਲਸੋ ਵਿਦ ਯੂ, ਆਈ ਰੀਅਲੀ ਪ੍ਰੇ ਟੂ ਗॉड ਵੀ AIP ਤੋਂ ਬਾਅਦ ਤੁਹਾਡਾ ਵੀਜ਼ਾ ਜ਼ਰੂਰ ਆਵੇ, ਪਰ ਕਦੋਂ ਆਏਗਾ ਇਹ ਮੈਨੂੰ ਨਹੀਂ ਲੱਗਦਾ ਵੀ ਆਪਾਂ ਦੱਸ ਸਕਦੇ ਹਾਂ। ਤੇ ਜੇ ਕੋਈ ਕਹਿੰਦਾ ਹੈਗਾ ਜਾਂ ਤਾਂ ਜੋਤਸ਼ੀ ਹੋਏਗਾ ਜਾਂ ਝੂਠ ਬੋਲਦਾ ਹੋਏਗਾ। ਮਾਰਚ ਦੇ AIP ਨਹੀਂ ਹਜੇ ਆਏ ਜੀ। ਹਾਂਜੀ, ਮਾਰਚ ਦੇ AIP ਨਹੀਂ ਹੈ। ਇੱਕ ਜਨਰਲ ਸਵਾਲ ਹੈ ਜੀ ਸਾਰੇ ਬੱਚਿਆਂ ਦੀ ਅਵੇਅਰਨੈਸ ਲਈ, 10th क्लास में परसेंटेज 50, 12th में परसेंटेज 65 हो तो चलेगा, बिल्कुल चलेगा जी। देखो एक गल तो जरूर हैगी है भी 10th ਦੇ ਵੀ ਮਾਰਕਸ ਜ਼ਰੂਰ ਪਲੇ ਦੇ ਵਿੱਚ ਆਉਂਦੇ ਨੇ। ਹਾਂ ਜੇ ਤੁਹਾਡੇ 10th 'ਚ 50 ਆ ਗਏ, 12th 'ਚ 90% ਆ ਗਏ, ਦੈਟ ਮੀਨਸ ਉਹ ਇੱਕ ਥੋੜਾ ਜਿਹਾ ਆਈਬ੍ਰੋਜ਼ ਉੱਠਦੇ ਨੇ ਵੀ ਯਾਰ ਕਿਤੇ ਕੁਝ ਗਲਤ ਤੇ ਨਹੀਂ ਹੈਗਾ। ਕਈਆਂ ਨੇ ਕੀਤਾ ਹੁੰਦਾ 10ਵੀਂ CBSE 'ਚ ਕੀਤੀ, ਨੰਬਰ ਘੱਟ ਹੈ, ਬੋਰਡ ਚੇਂਜ ਕੀਤਾ, ਪੰਜਾਬ ਬੋਰਡ 'ਚ ਜਾ ਕੇ 85% ਨੰਬਰ ਆ ਗਏ, ਨਕਲ ਵੱਜ ਗਈ ਜਾਂ ਕੁਝ ਹੋਰ ਹੋਇਆ। ਇਹ ਚੀਜ਼ਾਂ ਐਮਬੈਸੀ ਵੀ ਥੋੜਾ ਬਹੁਤ ਸਮਝਦੀ ਹੈਗੀ, ਉੱਥੇ ਡੈਫੀਨੇਟਲੀ ਸ਼ੱਕ ਹੁੰਦਾ ਹੈਗਾ, ਸਪੈਸ਼ਲੀ ਆਸਟ੍ਰੇਲੀਆ ਵਾਲੇ ਤੇ ਜ਼ਰੂਰ ਕਰਦੇ ਨੇ। ਹਾਂ 50% ਨੇ 70 ਆ ਗਏ, 65 ਆ ਗਏ, ਇਟਸ ਫਾਈਨ, ਮਿਹਨਤ ਕੀਤੀ ਹੈ ਅਸੀਂ ਆ ਗਏ, तो अच्छी गल है। 12वीं जाए, बोर्ड ना चेंज करियो, जो CBSE हो तो CBSE रहियो जी। सर देखो ये स्टूडेंट ਤੁਹਾਨੂੰ ਪੁੱਛ ਰਹੇ ਨੇ, ਕਰਤਵਿਆ ਚੱਕਰਵਰਤੀ ਕਹਿੰਦੇ ਮੈਂ ਫਾਈਲ ਵਾਪਸ ਵਿਡਰਾਲ ਕਰ ਲਾਂ। बिल्कुल नहीं करतव्य। इफ यू हैव स्टडीड फॉर ए सेमेस्टर, जो विड्रॉ करोगे कॉलेज ने ਤੁਹਾਨੂੰ रिफंड नहीं देना, वो ज्यादा प्रॉब्लम आएगी। आई कैन अंडरस्टैंड योर प्रॉब्लम बेटा, बट कैरी ऑन विद दिस थिंग। ਅਗਲਾ ਸਮੈਸਟਰ ਵੀ ਸ਼ੁਰੂ ਕਰ ਲਓ। ਕਾਲਜ ਤੁਹਾਡਾ ਕਿਹੜਾ ਇਹ ਦੇਖ ਲਓ ਵੀ ਕਿਤੇ ਜੇ ਕੋਈ ਮੰਦਭਾਗੀ ਘਟਨਾ ਹੋਵੇ ਵੀ ਰਿਫਿਊਜ਼ਲ ਆਇਆ ਜਾਂ ਕੁਝ ਹੋਰ ਹੈ ਤੇ ਕਾਲਜ ਰਿਫੰਡ ਜ਼ਰੂਰ ਕਰਦੇ, ਇਹ ਚੀਜ਼ ਜ਼ਰੂਰ ਦੇਖ ਲਿਓ। ਦੇਖੋ ਸਰ ਕਪਿਲ ਬਾਗੜੀਆ ਜੀ ਕਹਿੰਦੇ ਸਰ ਜਨਵਰੀ 'ਚ ਲਾਂਚ ਕੀਤੀ ਮਈ ਇਨਟੇਕ ਲਈ, ਜਨਵਰੀ ਮੰਥ 'ਚ ਫਾਈਲ ਲਾਂਚ ਵਾਲਿਆਂ ਦੇ ਰਿਜ਼ਲਟ ਆ ਰਹੇ ਨੇ। ਬਿਲਕੁਲ ਆ ਰਹੇ ਆ ਜੀ, ਇਹ ਤਾਂ ਗੱਲ ਹੈ ਨਾ ਜੀ, ਸਪਟੰਬਰ ਵਾਲਿਆਂ ਦੇ ਰੁਕੇ, ਜਨਵਰੀ ਵਾਲਿਆਂ ਦੇ ਆ ਰਹੇ ਨੇ। देयर इज नो आंसर टू ऑल दीज क्वेश्चन डल्ला जी। पर बच्चे भी की करन बेचारे, वो घबराए बैठे ने, जिहदे पैसे लगे ने, जिहदे भविख दा सवाल हैगा, जिहदे ते तलवार लटकदी पई है भी ऑनलाइन भी पढ़ना भरा दूं, तो वो दे आर इन प्रॉब्लम और उन्हां दा दुख ही कोई नहीं समझ रहा। सब तो माड़ी गल है असीं लोग लगे भी आ जाओ कनेडा फटाफट चलो वीजे लवाओ, तुसीं भी कहने भी हाँ जी आ जाओ, बट बच्चों की दुख परेशानी कोई नहीं समझ रहा इस घड़ी दे। ऑल ऑफ देम आर गोइंग थ्रू अ वेरी बैड फेज। पर चलो मोटिवेट सारिਆਂ ਨੂੰ टाइम टू टाइम ਕਰਦੇ ਹੋ ਜੀ ਤੁਸੀਂ ਵੀ ਕਿ मोटिवेशन ਲੈਵਲ ਬਰਕਰਾਰ ਰੱਖਣਾ ਹੈ। ਆਸਟ੍ਰੇਲੀਆ ट्रैवल कोई अपडेट नहीं है विशाल, साडे कोल वीजाज लग रहे हैं, दैट इज द अपडेट, वीजाज आर कमिंग थिक एंड फास्ट, बट ट्रैवल बारे हले कोई भी अपडेट आस्ट्रेलिया दी है नहीं है जी। गल जो उत्थों सुनन चाहिए भी अप्रैल तक उन्होंने अपनी काफी सारी पॉपुलेशन नू वैक्सीनेट कर लेना है। वंस उन्हों की वैक्सीनेशन उत्थे हो जाती है बिकॉज छोटी पॉपुलेशन है, 2.5 करोड़ की पॉपुलेशन हैगी आस्ट्रेलिया की, उन्होंने सारे वैक्सीनेट करने लगे बहुत ज्यादा टाइम नहीं लगना। सो देन थिंग्स माइट स्टार्ट हैपन। अप्रैल तो बाद आस्ट्रेलिया बारे कुछ पॉजिटिव है जिहड़ा ਉਹ ਆਪਾਂ ਮਹਿਸੂਸ ਉਮੀਦ ਇਹੀ ਹੈ। ਇੱਕ ਅੱਛੀ ਖਬਰ ਵਿੱਚੋਂ ਨਿਕਲ ਕੇ ਆਈ ਸੀਗੀ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਨੇ 1000 ਜਿਹੜਾ ਸਟੂਡੈਂਟ ਸੀਗਾ ਉਹਨੂੰ ਵੀ ਆਸਟ੍ਰੇਲੀਆ 'ਚ ਐਂਟਰੀ ਦਿੱਤੀ। 1000 ਸਟੂਡੈਂਟਸ ਵੈਂਟ ਇਨਟੂ ਆਸਟ੍ਰੇਲੀਆ। ਥੋੜਾ ਜਿਹਾ ਉੱਥੇ ਮੁੱਦਾ ਬਣ ਗਿਆ ਪੋਲੀਟੀਕਲ ਵੀ ਤੁਸੀਂ ਆਪਣੇ ਸਿਟੀਜ਼ਨ ਛੱਡ ਕੇ ਸਟੂਡੈਂਟ ਨੂੰ ਕਿੱਦਾਂ ਆਉਣ ਦੇ ਦਿੱਤਾ ਜੀ। ਉੱਥੇ ਵੀ ਆਪੋਜੀਸ਼ਨ ਪਾਰਟੀ ਹੈਗੀ ਹੈ ਨਾ ਡੱਲਾ ਜੀ, ਜਿੱਦਾਂ ਵੀ ਜੇ ਆਏ ਆ ਤੇ ਇਹ 1000 ਸਟੂਡੈਂਟ ਸੀਗਾ ਜਿਹੜਾ ਕੋਈ ਮੈਡੀਕਲ ਦੇ ਰਿਲੇਟਡ ਜਾਂ ਕਿਸ ਤਰ੍ਹਾਂ ਇਹੋ ਜਿਹਾ 1000 ਸਟੂਡੈਂਟ ਐਂਟਰ ਵੀ ਹੋਇਆ ਆਸਟ੍ਰੇਲੀਆ ਚੁੱਪ ਚਪੀਤੇ ਸਰਕਾਰ ਕੋਲੋਂ ਪਰਮਿਸ਼ਨਾਂ ਲੈ ਕੇ, ਐਕਸੈਪਸ਼ਨਸ ਕਰਾ ਕੇ। ਸੋ ਲੱਗਦਾ ਵੀ ਅੱਗੇ ਸ਼ੁਰੂ ਹੋ ਹੀ ਜਾਏਗਾ ਜੀ ਆਉਣ ਵਾਲੇ ਟਾਈਮ ਵਿੱਚ। ਬਿਲਕੁਲ। ਸੋ ਅਪ੍ਰੈਲ ਤੋਂ ਬਾਅਦ ਆਸਟ੍ਰੇਲੀਆ ਦੀ ਆਸ ਹੈ ਕਿ ਆਸਟ੍ਰੇਲੀਆ ਫਾਸਟ ਹੋਏਗਾ ਔਰ ਜਿੱਦਾਂ ਹੀ ਔਰ ਤ੍ਰਿਵੇਦੀ ਸਾਹਿਬ ਜਦੋਂ ਹੁਣ ਇੱਕ ਵਾਰ ਆਸਟ੍ਰੇਲੀਆ ਖੁੱਲਦਾ ਹੈ ਫਿਰ ਐਲੀਜੀਬਿਲਟੀ ਦਾ ਕ੍ਰਾਈਟੇਰੀਆ ਕੀ ਰਹੇਗਾ? ਕੀ ਕੋਈ ਪਾਲਿਸੀ ਚੇਂਜ ਕਰੂਗਾ ਆਸਟ੍ਰੇਲੀਆ? ਕਿਉਂਕਿ ਦੇਖੋ 2019 ਵਾਲਿਆਂ ਨੂੰ ਐਡਮਿਸ਼ਨ ਦਊਗਾ, ਨਵਾਂ ਇਨਟੇਕ ਤਾਂ ਹਜੇ ਮਈ 'ਚ ਆਪਣੇ ਐਗਜ਼ਾਮਸ ਹੋਣੇ ਨੇ 10+2।
ਜੀ ਸਰ ਦੇਖੋ 2019 ਵਾਲੇ ਦੀ ਜੇ ਆਪਾਂ ਗੱਲ ਕਰੀਏ, ਜਿਹੜੇ ਸਟੂਡੈਂਟ ਨੇ 2019 ਚ 12ਵੀਂ ਕੀਤੀ, ਆਪਾਂ ਉਹਦੀ ਗੱਲ ਕਰਦੇ ਹਾਂ 19 ਤੋਂ 20 देयर वाज नो कोविड, ਕਲਾਸਿਸ ਆਰ ਹੈਪਨਿੰਗ ਰੈਗੂਲਰਲੀ। ਜੇ ਉਸ ਬੱਚੇ ਨੇ ਉਦੋਂ ਐਡਮਿਸ਼ਨ ਨਹੀਂ ਲਈ, ਦੈਟ ਮੀਨਸ ਉਹਦਾ 1 ਸਾਲ ਵੇਸਟ ਹੋਇਆ। 20 ਦੇ ਵਿੱਚ ਵੀ ਬੱਚਿਆਂ ਨੇ ਐਡਮਿਸ਼ਨਾਂ ਲਈਆਂ, ਉਹਨਾਂ ਨੇ ਆਨਲਾਈਨ ਪੜ੍ਹਾਈ ਵੀ ਸ਼ੁਰੂ ਕੀਤੀ। ਇਸ ਬੱਚੇ ਨੇ ਜੇ 20 ਚ ਵੀ ਐਡਮਿਸ਼ਨ ਨਹੀਂ ਲਈ, ਦੈਟ ਮੀਨਸ ਸਮਥਿੰਗ ਇਜ਼ ਰੋਂਗ, ਉਹ ਜੈਨੂਇਨ ਸਟੂਡੈਂਟ ਨਹੀਂ ਹੈਗਾ। 21 ਵੀ ਬੀਤ ਗਿਆ ਨਾ ਜੀ, 21 ਸ਼ੁਰੂ ਹੋ ਗਿਆ, 2021 ਸ਼ੁਰੂ ਹੋ ਗਿਆ, 2 ਸਾਲ ਦਾ ਗੈਪ ਹੋ ਗਿਆ ਬੰਦੇ ਦਾ। ਉਹਨੇ ਇੱਥੇ ਕੋਸ਼ਿਸ਼ ਨਹੀਂ, ਹਾਂ ਜਿਹਨੇ ਐਡਮਿਸ਼ਨ ਲਈ ਹੋਈ ਹੈ ਨਾ, ਫਸਟ ਸਮੈਸਟਰ ਕਰ ਲਿਆ, ਸੈਕੰਡ ਕਰ ਲਿਆ, ਦਾਖਲਾ ਲਿਆ ਹੋਇਆ, ਉਹਦੀ ਜੈਨੂਇਨਟੀ ਬੋਲਦੀ ਹੈ ਜੀ। ਕੋਈ ਡਿਪਲੋਮਾ ਤੁਸੀਂ ਕੰਪਲੀਟ ਕੀਤਾ, ਕੋਈ ਜੌਬ ਕਰਨ ਲੱਗ ਗਏ ਹੋ, ਜੈਨੂਇਨਟੀ ਬੋਲਦੀ। ਜੇ ਆਪਾਂ ਕਹਿੰਦੇ ਮੈਂ ਕੁਝ ਕੀਤਾ ਹੀ ਨਹੀਂ ਜੀ, 19 ਤੋਂ ਬਾਅਦ ਮੈਂ ਤੇ ਵੇਟ ਹੀ ਕਰ ਰਿਹਾ ਸੀ, ਮੈਂ ਤੇ ਆਇਲਟਸ ਕਰ ਰਿਹਾ ਸੀ, ਮੈਂ ਆਇਲਟਸ ਦੀ ਤਿਆਰੀ ਕੀਤੀ, 5 ਵਾਰੀ ਆਇਲਟਸ ਦਿੱਤਾ, ਦੈਟ ਇਜ਼ ਨੋ ਆਨਸਰ। ਆਇਲਟਸ ਕੋਈ ਕੋਰਸ ਨਹੀਂ ਹੈਗਾ, ਆਇਲਟਸ ਇਜ਼ ਅ ਟੈਸਟ। ਆਪਾਂ 1.5 ਸਾਲ ਆਇਲਟਸ ਦੇ ਨਾਲ ਗੈਪ ਨਹੀਂ ਕੱਢ ਸਕਦੇ ਜੀ। ਡੱਲਾ ਜੀ ਅੱਛਾ, ਇਹਦਾ ਮਤਲਬ ਹੈ ਅਗਰ ਕੋਈ ਸਟੂਡੈਂਟਸ ਕਿਸੇ ਨੇ ਕਾਲਜ ਚ ਐਡਮਿਸ਼ਨ ਲੈ ਲਈ, ਡੱਲਾ ਜੀ ਤੁਹਾਡੇ ਲਈ ਅਰਸ਼ ਨੇ ਡੱਬਾ ਲੈ ਕੇ ਆਣਾ ਜੇ ਵੀਜ਼ਾ ਲੱਗੇਗਾ। ਅਰਸ਼ ਮੇਰਾ ਡੱਬਾ ਵੀ ਡੱਲਾ ਜੀ ਵਾਲੀ ਦੇ ਕੇ ਆਣਾ ਤੁਸੀਂ। ਅਰਸ਼ ਨੇ ਕਿਹਾ ਵੀ ਡੱਲਾ ਜੀ ਜਦੋਂ ਮੇਰਾ ਵੀਜ਼ਾ ਆ ਗਿਆ ਤੁਹਾਡੇ ਦਫ਼ਤਰ ਆਉਂਗਾ ਡੱਬਾ ਲੈ ਕੇ, ਤੇ 2 ਡੱਬੇ ਲੈਣੇ ਪੈਣੇ ਬੇਟਾ, ਇੱਕ ਮੇਰੇ ਲਈ ਵੀ ਲੈ ਕੇ ਆਣਾ ਪੈਣਾ। ਚਲੋ ਅਰਸ਼, ਜਦੋਂ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਮੈਨੂੰ ਦੱਸ ਦਿਓ, ਡੱਬਾ ਮੈਂ ਤ੍ਰਿਵੇਦੀ ਸਾਹਿਬ ਨੂੰ ਵੀ ਆਪ ਭੇਜੂੰਗਾ। ਚਲੋ ਸਾਨੂੰ ਤਾਂ ਇੰਨੀ ਖੁਸ਼ੀ ਹੋਊਗੀ ਕਿ ਤੁਹਾਡਾ ਲੱਗ ਗਿਆ। ਸੋ ਤੁਸੀਂ ਅਗਰ ਕਿਸੇ ਵੀ ਕੰਸਲਟੈਂਟ ਕੋਲੋਂ ਅਪਲਾਈ ਕਰਦੇ ਹੋ, ਪਹਿਲਾਂ ਤਾਂ ਇਹ ਦੇਖੋ ਕਿ ਜਿਸ ਕੰਸਲਟੈਂਟ ਤੋਂ ਅਪਲਾਈ ਕਰਦੇ ਹੋ ਉਹਦੇ ਤੋਂ ਪੁੱਛੋ ਵੀ ਕੀ ਤੁਸੀਂ ਉਸ ਕਾਲਜ ਦੇ ਡਾਇਰੈਕਟ ਐਸੋਸੀਏਟ ਹੈਗੇ ਹੋ, ਡਾਇਰੈਕਟ ਉਹਦੇ ਨਾਲ ਤੁਸੀਂ ਕਾਲਜ ਨਾਲ ਜੁੜੇ ਹੋ ਜਿੱਥੇ ਤੁਸੀਂ ਮੇਰੀ ਐਡਮਿਸ਼ਨ ਕਰਾਉਣੀ ਹੈ। ਤ੍ਰਿਵੇਦੀ ਸਾਹਿਬ, ਇਹ ਜ਼ਰੂਰੀ ਹੈ। ਬਿਲਕੁਲ ਜੀ, ਇਹ ਵੀ ਜ਼ਰੂਰ ਦੇਖੋ। ਨਾਲ ਦੇਖੋ ਵੀ ਕਿਆ ਉਹ ਏਜੰਟ ਪੰਜਾਬ ਸਰਕਾਰ ਨਾਲ ਲਾਇਸੈਂਸਸ਼ੁਦਾ ਹੈਗਾ, ਇਹ ਵੀ ਜ਼ਰੂਰ ਦੇਖੋ ਵੀ ਉਹ ਕਿੱਥੋਂ ਐਡਮਿਸ਼ਨ ਕਰਾ ਰਿਹਾ। ਕਿਆ ਜੇ ਤੇ ਉਹ ਕੰਪਨੀ ਇੰਡੀਆ ਦੀ ਹੈਗੀ, ਦੇਖੋ ਇਹ ਹੁੰਦਾ ਵੀ ਸਾਡੇ ਆਪਸ ਦੇ ਵਿੱਚ ਵੀ ਨੈਟਵਰਕਿੰਗ ਹੁੰਦੀ ਹੈ। ਜ਼ਰੂਰੀ ਨਹੀਂ ਕੈਨੇਡਾ ਦੇ ਸਾਰੇ ਕਾਲਜਸ ਮੇਰੇ ਕੋਲ ਹੈਗੇ, ਕੁਝ ਮੇਰੇ ਕੋਲ ਹੈਗੇ, ਕੁਝ ਮੇਰੇ ਜਿਹੜੇ ਇੰਡਸਟਰੀ ਦੇ ਫਰੈਂਡਸ ਹੈਗੇ ਉਹਨਾਂ ਕੋਲ ਹੈਗੇ। ਸਟੂਡੈਂਟ ਆਂਦਾ ਮੈਂ ਫਲਾਣੇ ਕਾਲਜ 'ਚ ਜਾਣਾ, ਉਹ ਮੇਰੇ ਕੋਲ ਨਹੀਂ ਹੈਗਾ, ਆਈ ਗੈਟ ਇਟ ਫਰਮ ਸਮਬਡੀ। ਇਹ ਜ਼ਰੂਰ ਪੁੱਛੋ ਵੀ ਤੁਸੀਂ ਕਿਆ ਇੰਡੀਆ ਦੀ ਕੰਪਨੀ ਤੋਂ ਮੇਰਾ ਦਾਖਲਾ ਕਰਾ ਕੇ ਦੇ ਰਹੇ ਹੋ, ਕੋਈ ਬਾਹਰ ਵਾਲੀ ਕੰਪਨੀ ਤੋਂ ਤਾਂ ਨਹੀਂ ਕਰਾ ਰਹੇ। ਬਾਹਰ ਵਾਲੀ ਕੰਪਨੀ ਨੂੰ ਯਾਰ ਕਿੱਦਾਂ ਫੜ ਲਓਗੇ, ਕੀ ਕਰ ਲਓਗੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਬਿਲਕੁਲ। ਸੋ ਇਹ ਬੜੀ ਇੰਪੋਰਟੈਂਟ ਗੱਲਾਂ ਨੇ ਤ੍ਰਿਵੇਦੀ ਸਾਹਿਬ ਨੇ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਅੱਜ ਕੀਤੀਆਂ ਨੇ। ਸੋ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਡਿਸਕਸ਼ਨ ਸੀ ਤ੍ਰਿਵੇਦੀ ਸਾਹਿਬ। ਸੋ ਅੱਜ ਇਹਨੂੰ ਵਾਈਂਡ ਅਪ ਕਰੀਏ। ਬਹੁਤ ਇੰਪੋਰਟੈਂਟ ਸੁਜੈਸ਼ਨ ਸੀ ਤੁਹਾਡੇ ਸਟੂਡੈਂਟਸ ਨੂੰ। ਸੋ ਰਿਪੀਟ ਤੇ ਜਦੋਂ ਸਟੂਡੈਂਟ ਸੁਣਨਗੇ। ਦੋਸਤੋ ਥੋੜਾ ਜਿਹਾ ਮੈਂ ਵੀ ਜਜ਼ਬਾਤੀ ਹੋ ਕੇ ਗੱਲਾਂ ਕੀਤੀਆਂ ਅੱਜ, ਜੇ ਕਿਸੇ ਨੂੰ ਥੋੜੀ ਬੁਰੀ ਵੀ ਲੱਗੀ ਹੋਏਗੀ ਤੇ ਆਈ ਵੋਂਟ ਫੀਲ ਸੌਰੀ, ਬਿਕਾਜ਼ ਗੱਲਾਂ ਸੱਚੀਆਂ ਸੀਗੀਆਂ। ਤੁਸੀਂ ਜ਼ਰੂਰ ਜਾਗੋ, ਜ਼ਰੂਰ ਦੇਖੋ ਕਿੱਥੇ ਪੈਸੇ ਦੇ ਰਹੇ ਹੋ, ਕਿਸ ਪਾਸੇ ਅਪਲਾਈ ਕਰ ਰਹੇ ਹੋ। ਜ਼ਰੂਰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਛਾਨਬੀਨ ਕਰਕੇ ਫੇਰ ਹੀ ਅੱਗੇ ਵਧੋ। ਡੱਲਾ ਜੀ ਇੰਨੇ ਸਾਲਾਂ ਤੋਂ ਇਸ ਕੰਮ ਨੂੰ ਲੱਗੇ ਹੋਏ ਨੇ, ਅਸੀਂ ਇੰਨੇ ਸਾਲਾਂ ਤੋਂ ਲੱਗੇ ਆ, ਸਾਡੀ ਵੀ ਐਫਰਟ ਲੱਗ ਰਹੀ ਹੈ। ਜੇ ਕੁਝ ਬੰਦਿਆਂ ਦਾ ਭਲਾ ਹੁੰਦਾ ਨਾਲ, ਦੈਨ ਵੀ ਥਿੰਕ ਵੀ ਯੈਸ ਦ ਜੌਬ ਇਜ਼ ਡਨ। ਜੇ ਫੇਰ ਵੀ ਕੋਈ ਅਸਰ ਹੀ ਨਹੀਂ ਹੋ ਰਿਹਾ ਨਾ, ਤੇ ਹੌਲੀ ਹੌਲੀ ਸਾਡੇ ਵੀ ਹੌਸਲੇ ਢਹਿਣੇ ਸ਼ੁਰੂ ਹੁੰਦੇ, ਯਾਰ ਕੋਈ ਫਰਕ ਨਹੀਂ ਪੈਂਦਾ, ਲੋਕਾਂ ਨੂੰ ਸਿਰਫ ਬਾਹਰ ਜਾਣਾ, ਦੇ ਡੋਂਟ ਬੋਦਰ, ਪੈਸਿਆਂ ਪੂਸਿਆਂ ਦੀ ਪਰਵਾਹ ਨਹੀਂ, ਅਗਲਾ ਕਹਿੰਦਾ ਬਾਹਰ ਭੇਜ ਦਿਓ। ਬਿਲਕੁਲ ਇਸ ਤਰ੍ਹਾਂ ਨਹੀਂ। ਵੀਜ਼ਾ ਇੱਕ ਸੈਕੰਡਰੀ ਚੀਜ਼ ਹੈ। ਫਸਟ ਦੇਖੋ ਤੁਹਾਡਾ ਕਰੀਅਰ, ਤੁਹਾਡਾ ਫਿਊਚਰ ਕਿਸ ਤਰੀਕੇ ਨਾਲ ਬਣ ਰਿਹਾ, ਫਸਟ ਉਹਨੂੰ ਦੇਖੋਗੇ। ਵੀਜ਼ਾ ਸੈਕੰਡਰੀ ਹੈ। ਜੇ ਫਸਟ ਚੀਜ਼ ਤੁਸੀਂ ਮੇਕ ਸ਼ੋਰ ਕਰ ਲਈ, ਵੀਜ਼ਾ ਲੱਗ ਹੀ ਜਾਣਾ, ਇਟ ਵੋਂਟ ਬੋਦਰ ਯੂ। ਬਿਲਕੁਲ ਸਰ। ਲੋ ਜੀ ਕਰਤੱਵਯ ਜੀ ਵਾਪਸ ਆਏ ਨੇ, ਕਰਤੱਵਯ ਨੂੰ ਲੈ ਲਓ ਜੀ ਡੱਲਾ ਜੀ, ਕੀ ਲਓ ਜੀ, ਮੈਂ ਕਰਤੱਵਯ ਉਹਨਾਂ ਦਾ ਸਵਾਲ ਲਿਆ। फाइल 18 मार्च 2020, कंप्लीट फाइल सितंबर 2020, इनटेक 29, पास आउट MBA 85%, फर्स्ट सेमेस्टर ऑनलाइन क्लासेस कंप्लीटेड विद 90, सेकंड सेमेस्टर ऑलरेडी। कर्तव्य बेटा कंटिन्यू विद योर पढ़ाई, एजुकेशन नाल कंटिन्यू करो, बिकॉज जिस तरह आईडीएल ने भी दसिया, कैनेडियन गवर्नमेंट ने भी किया भी चाहे सारा कोर्स भी कर लोगे तो भी मिलेगा, बिकॉज यू ऑलरेडी पेड फॉर 1 ईयर मेट, ऑलरेडी पे कर चुके हुए हो। कॉलेज का नाम में दसो केड़ा कॉलेज है, और थोड़ा आइट्स का स्कोर किसका, जे 6.5 ईच लैके बैठे हो तो इट्स मैटर ऑफ टाइम। एंड अपना जीसी की लॉगिन ले लो अपने एजेंट तो, वेब फॉर्म्स 1-2 आप भरो, वेब फॉर्म आप भर के अपलोड करो ICRC ਦੀ ਸਾਈਟ ਦੇ ਉੱਤੇ, ਬਿਕਾਜ਼ ਵੈਬ ਫਾਰਮ ਨਾਲ ਮੈਂ ਦੇਖਿਆ, ਵੈਬ ਫਾਰਮ ਭਰਨ ਦੇ ਨਾਲ ਪੋਜ਼ਿਟਿਵਿਟੀ ਆਂਦੀ ਹੈਗੀ ਆ, ਫਾਈਲ ਹਿਲਦੀ ਹੈ, ਡਿਸੀਜਨ ਬਣਦਾ। ਸੋ ਕੈਰੀ ਔਨ, ਆਪਣਾ ਜਿਹੜਾ ਫਰਸਟ ਸਮੈਸਟਰ ਪਾਸ ਕਰ ਚੁੱਕੇ ਹੋ ਉਹਦਾ ਰਿਜ਼ਲਟ ਵੈਬ ਫਾਰਮ ਦੇ ਵਿੱਚ ਲਗਾ ਦੇ ਬੇਟਾ, ਉਹਨੂੰ ਜੋੜ ਦਿਓ ਆਪਣੇ GC की लॉगिन ਦੇ ਵਿੱਚ, ਔਰ GC की लॉगिन ਦੀ ਰਾਈਟਸ ਲੈ ਲਓ ਆਪਣੇ ਏਜੰਟ ਤੋਂ। 12th 57%, 36 marks in maths, BTech 75%. Does 12th marks matter for
IELTS 6.5 अर्जुन देखो एक ओवरऑल जरूर बनता है बट 12th और बीटेक ਦੇ 4 ਸਾਲ ਬਣ ਪੈ ਜਾਂਦੇ ਨੇ 75% ਨੰਬਰ ਸੀ ਬੀਟੈਕ ਚ ਲੈ ਲੇ ਸੋ ਦੈਟ ਸ਼ੁੱਡ ਬੀ ਫਾਈਨ ਉਹ ਤੁਹਾਡੇ ਮੋਰ ਔਰ ਲੈਸ ਕਵਰ ਕਰ ਲੇਗਾ 6.5 ਬੈਂਡ ਤੁਹਾਡੇ IELTS ਚੋਂ ਵੀ ਹੈਗੇ ਨੇ ਸੋ ਦੈਟ ਸ਼ੁੱਡ ਕਵਰ ਇਟ ਸ਼ੁੱਡ ਨਾਟ ਬੀ ਬਿਗ ਇਸ਼ੂ ਜੀ ਇਹ ਆਖਰੀ ਸਵਾਲ ਲੈਣੇ ਆ ਜੀ ਅੱਜ ਦਾ quarantine plan for new students in Canada explain please what we can do in future after got visa 22 ਫਰਵਰੀ ਤੋਂ ਹਮੇ ਤੇ ਸ਼ੁਰੂ ਹੋ ਰਿਹਾ ਇਹਦੇ ਲਿੰਕ ਆਏ ਹੋਏ ਨੇ ਹੋਟਲਸ ਦੀ ਲਿਸਟ ਉਸ ਲਿੰਕ ਦੇ ਉੱਪਰ ਹੋਏਗੀ ਤੁਸੀਂ ਕੋਈ ਵੀ ਹੋਟਲ ਉਸੇ ਚੂਜ਼ ਕਰਕੇ ਉੱਥੇ ਪੈਸੇ ਪੇ ਕਰੋਗੇ 2000 ਫਿਕਸ ਨਹੀਂ ਹੈਗਾ ਇਟ ਡਿਪੈਂਡਸ ਫਰਮ ਹੋਟਲ ਟੂ ਹੋਟਲ ਕਿਸ ਤਰ੍ਹਾਂ ਦਾ ਹੋਟਲ ਲੈ ਰਹੇ ਹੋ 3 ਦਿਨ ਤੁਸੀਂ ਉੱਥੇ ਕੁਆਰੰਟਾਈਨ ਕਰਨਾ ਹੈ ਔਨ ਅਰਾਈਵਲ ਤੁਹਾਡਾ ਕਰੋਨਾ ਦਾ ਟੈਸਟ ਹੋਏਗਾ 3 ਦਿਨ ਦੇ ਅੰਦਰ ਅੰਦਰ ਉਹ ਰਿਪੋਰਟ ਆਂਦੀ ਹੈ ਜੇ ਤੁਸੀਂ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਹੈਗੇ ਹੋ ਦੈਨ ਫਰਦਰ ਗੋ ਫॉर ਟ੍ਰੀਟਮੈਂਟ ਜਾਂ ਉੱਥੇ ਤੁਹਾਨੂੰ ਆਈਸੋਲੇਟ ਕੀਤਾ ਜਾਂਦਾ ਹੈ ਹੋਟਲ ਦੇ ਰੂਮ ਦੇ ਵਿੱਚ ਹੀ ਯੂ ਪੇ ਮੋਰ ਉਹਦੇ ਪੈਸੇ ਵੀ ਹੋਰ ਲੱਗਦੇ ਨੇ ਇਫ ਯੂ ਆਰ ਨੈਗੇਟਿਵ ਤੁਹਾਡਾ ਕਰੋਨਾ ਨਹੀਂ ਹੈਗਾ ਯੂ ਮੂਵ ਬਾਕੀ 11 ਦਿਨ ਆਪਣੀ ਕੁਆਰੰਟਾਈਨ ਜਿਹੜਾ ਅਪਰੂਵ ਕਰਾਇਆ ਉਸ ਲੋਕੇਸ਼ਨ ਤੇ ਲਗਾਉਂਦੇ ਹੋ ਸੋ ਦੈਟ ਸ਼ੁੱਡ ਬੀ ਫਾਈਨ ਕਰਤਵਯ ਦੇ 7.5 ਬੈਂਡ ਨੇ ਜੀ no less than 7 ਫਲੈਮਿੰਗ ਕਾਲਜ ਕਰਤਵਯ ਸ਼ੁੱਡ ਬੀ ਫਾਈਨ ਯਾਰ believe yourself you will get the visa I tell you ਮੈਂ ਰੱਬ ਅੱਗੇ ਅਰਦਾਸ ਕਰਦਾ ਤੁਹਾਨੂੰ ਜਲਦੀ ਤੋਂ ਜਲਦੀ ਅੱਛੀ ਖਬਰ ਸੁਣਨ ਨੂੰ ਮਿਲੇ ਕੱਲ ਹੀ ਤੁਹਾਨੂੰ ਵੀਜ਼ੇ ਦੀ ਅੱਛੀ ਖਬਰ ਆਵੇ GCK ਲੌਗਇਨ ਲੈ ਲਓ ਫਰਸਟ ਸਮੈਸਟਰ ਦੀ ਜਿਹੜੀ ਡਿਟੇਲ ਹੈਗੀ ਹੈ ਜੋ ਮਾਰਕਸ ਹੈਗੇ ਉਹਨੂੰ ਚੜਾ ਦਿਓ ਉਹਦੇ ਉੱਪਰ ਜੀ BTech 2020 pass out 7.5 CGPA 14 backlogs 7.5 IELTS want to pursue global business management Dhananjay I believe ਜੇ ਤੁਸੀਂ 4 ਸਾਲ ਚ ਆਪਣੀ BTech ਕੀਤੀ ਹੈ 14 backlogs will not be a problem ਜੇ ਤੁਹਾਨੂੰ ਕਰਦੇ 5-6 ਸਾਲ ਲੱਗੇ then that can be but there are colleges who will take you with all this profile and ਜਿਹੜਾ 7.5 IELTS ਤੁਹਾਡਾ ਹੈਗਾ that will cover up many things you've got a good chance of visa ਕਿਉਂਕਿ overall percentage ਵੀ ਤੁਹਾਡੀ ਠੀਕ ਹੈਗੀ ਹੈ so Dalla ji I believe good enough for today ਅੱਜ ਤੁਸੀਂ ਮੇਰੇ ਅੰਦਰੋਂ ਬਹੁਤ ਗੱਲਾਂ ਕਢਾਈਆਂ ਜੀ ਮੈਂ ਪਹਿਲੇ ਤੇ ਤੁਹਾਨੂੰ ਸਲੂਟ ਕਰਦਾ ਬਹੁਤ ਗੱਲਾਂ ਕਢਾਈਆਂ ਅੰਦਰੋਂ ਸੀ ਨਹੀਂ ਸਰ ਜ਼ਰੂਰੀ ਸੀ ਸਟੂਡੈਂਟਸ ਦੇ ਵੈਲਫੇਅਰ ਲਈ ਇਹ ਸਾਰੀਆਂ ਗੱਲਾਂ ਹੋਈਆਂ ਨੇ ਸੋ ਦੁਬਾਰਾ ਸੈਟਰਡੇ ਨੂੰ ਫੇਰ ਇੱਕ ਸੈਸ਼ਨ ਕਰਾਂਗੇ ਮੈਂ ਔਰ ਤ੍ਰਿਵੇਦੀ ਸਾਹਿਬ ਸ਼ਾਮ ਨੂੰ 6 ਵਜੇ ਦਾ ਤੁਸੀਂ ਸੋਚਦੇ ਹੋਗੇ ਕਾਲ ਨਹੀਂ ਲੈ ਰਹੇ ਕਾਲ ਮੇਰੀ ਟੀਮ ਲੈ ਰਹੀ ਹੈ ਕੋਈ ਕਿਸੇ ਨੇ ਪ੍ਰੋਫਾਈਲ ਡਿਸਕਸ ਕਰਨਾ ਹੈ ਕਾਲ ਵਿਲ ਕਮ ਟੂ ਮੀ ਬਟ ਆ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਮੈਂ ਕਹਿੰਦਾ ਇਹ ਬਹੁਤ ਇੰਪੋਰਟੈਂਟ ਸੀਗੀਆਂ ਦੇ ਵਰ ਗੋਲਡਨ ਵਰਡਸ ਕੀਤੀਆਂ ਆਪਾਂ ਹੀ ਜੀ ਡੱਲਾ ਇਨ ਔਰ ਮੈਂ ਵਿੱਚ ਨਾ ਕਿਸੇ ਵੇਲੇ ਕੋਈ ਮੂਡ ਇਸ ਤਰ੍ਹਾਂ ਬਣਿਆ ਹੁੰਦਾ ਦੇयर इज नो ਪਲੈਨਿੰਗ ਡਨ ਇਨ ਦਿਸ ਲਾਈਵ ਸ਼ੋ ਅਸੀਂ ਕੋਈ ਪਹਿਲਾਂ ਪਲਾਨ ਕਰਕੇ ਨਹੀਂ ਬੈਠਦੇ ਕੀ ਗੱਲਾਂ ਕਰਨੀਆਂ ਗੱਲਾਂ ਚੋਂ ਗੱਲ ਨਿਕਲਦੀ ਹੈ ਔਰ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬੜਾ ਆਪਣੇ ਅੰਦਰੋਂ ਲਾਈਟ ਫੀਲ ਹੋ ਰਿਹਾ ਵੀ ਬੜੀਆਂ ਵਧੀਆ ਗੱਲਾਂ ਸਟੂਡੈਂਟਸ ਨੂੰ ਕੀਤੀਆਂ ਗਈਆਂ ਜੀ ਬਿਲਕੁਲ ਸਰ ਆਪ ਲੈ ਲਈਏ ਜੀ ਰੀਆ ਅਰੋੜਾ ਦਾ ਪ੍ਰੋਫਾਈਲ ਐਡ ਡੱਲਾ ਜੀ ਲਓਗੇ ਪਲੀਜ਼ ਸਕਰੀਨ ਤੇ ਹਾਂਜੀ ਹਾਂਜੀ 12th 93.8% 2020 10th 83 IELTS 7 not less than 6 opt business marketing in Seneca College 2021 fresh file lodge on by January Priya it should not be a problem at all beta visa ਤੁਹਾਡਾ ਜ਼ਰੂਰ ਲੱਗੇਗਾ don't worry about your visa carry on ਤੁਹਾਡਾ ਕੋਈ ਦਿੱਕਤ ਵਾਲੀ ਗੱਲ ਹੀ ਹੈ ਨਹੀਂ ਸੋ ਡੱਲਾ ਜੀ ਪਲੀਜ਼ ਜੁੜੋਗੇ ਨਾਲ ਆਪਾਂ ਫਿਰ ਗੁੱਡ ਬਾਏ ਕਰ ਦਈਏ ਜੀ ਬੱਚਿਆਂ ਨੂੰ ਦੁਬਾਰਾ ਸੈਟਰਡੇ ਫੇਰ ਮਿਲਾਂਗੇ ਜੀ ਥੈਂਕ ਯੂ ਵੈਰੀ ਮਚ ਡੱਲਾ ਜੀ ਤੁਹਾਡਾ ਵੀ ਅੱਜ ਟਾਈਮ ਦੇਣ ਦਾ ਔਰ ਦੋਸਤੋ ਤੁਹਾਡਾ ਵੀ ਜੁੜਨ ਦਾ ਬਹੁਤ ਬਹੁਤ ਧੰਨਵਾਦ ਕਿਸੇ ਵੀ ਦੁਚਿੱਤੀ ਦੀ ਸਥਿਤੀ ਦੇ ਵਿੱਚ ਕੁਝ ਗੱਲ ਪੁੱਛਣਾ ਚਾਹੁੰਦੇ ਹੋ ਸਾਡੀ ਟੀਮ ਨਾਲ 9216355355 ਤੇ ਗੱਲ ਕਰ ਸਕਦੇ ਹੋ ਮੇਰੇ ਨਾਲ ਮੀਟਿੰਗ ਸੈਟਅਪ ਕਰ ਸਕਦੇ ਹੋ ਆਪਣੇ ਡਾਕੂਮੈਂਟ ਸਾਨੂੰ WhatsApp ਕਰ ਸਕਦੇ ਹੋ ਵਿਲ ਬੀ ਵੈਰੀ ਹੈਪੀ ਟੂ ਐਡਵਾਈਜ਼ ਯੂ ਚਾਹੇ ਅਪਲਾਈ ਕਿਤੋਂ ਵੀ ਕੀਤਾ ਕੋਈ ਇਸ਼ੂ ਨਹੀਂ ਹੈ ਥੈਂਕ ਯੂ ਵੈਰੀ ਮਚ